वाहिगुरू जी का खालसा वाहिगुरू जी की फतेह। चवर छतर तख्तां दे मालक धन धन पिता श्री गुरु ग्रंथ साहिब जियां दी सुहावनी गोद विच बड़े अदब सहज हर रोज की तरह अज भी शाम के दीवाना में जुड़ बैठे हो। भागा भरिया समा प्राप्त होया। आओ इस समय को सफला बनाइए। हजूर बादशाह की पावन जीवन महिमा दे विचों आप जी ने सरवण कीता सी। तुसां दा सीन ज्ञान बख्शण तो बाद गुरु नानक साहब सच्चे पातशाह जी राय पोए दी तलवंडी दे जंगलां विच चौंकड़ा ला के बैठे आ। इधर भाई मनसुख शाहूकार जिसका डुबदा जहाज गुरु नानक साहब जियां ने बने लाया श्रीलंका के तट ते पहुंचे है। संगला दीप की धरती ते गड्ढे भर भर के अपना समान वेच रहे हैं। इथों की राजधानी साइलन जिथों का राजा सी राजा शिवलाल मनसुख शाहूकार ने उस नगर में कुछ सिखां के घर खुड़ जाके अपना ठिकाना कर लिया। इथों का राजा बड़ा धर्मी ते अपने कर्म दे विच परपक्क है। सनातन मत नूं मनदा है, सालग्राम की पूजा करदा है। पर उहदे देश के विधि विधान जो राजा खुद आप करता है वो अपनी प्रजा ते सख्त हुक्म लागू करता है। मनसुख शाहूकार गुरु नानक साहब जी के चरणों में जिस दिन तो जुड़े है वो अमृत वेले जागण वाला है, बंदगी करने वाला है, सेवा करने वाला है, गुरसिखां नूं प्यार करता है। हुण जिस वेले इस नगर में आन पहुंचे है इथों के लोग उन्होंने पसंद नहीं करते। इन्हां सारे प्रकरणों को आप जी ने बड़े विस्तार से सुने। आओ सुरत की उडारी लाइए, पाओ प्रेम की सांझ गज बज के आखो जी सतनाम श्री गुरु साहिब जी। सतनाम श्री साहिब जी। भोर भई पंचामृत करके कर अरदास पाओ और धर के। लाहौर शहर दा वासी भाई मनसुख शाहूकार जो जात दा बाणिया है, जिस वेले संगला दीप की धरती ते पहुंचे है तकरीबन 1 तो 1.5 महीना बंदरगाह पोर्ट उत्ते जहाज खड़े है। जो इहदे कोल भारत देश के मसाले आ कुछ वस्तुआं ने उन्होंने नगर नगर जाके अपने हथी आप बेच रहे हैं। इस करके लंबा समा रुकना पैंदा है। बेशक सिख व्यापार करता है, देशों विदेशों में जाता है, पर अपने जीवन का बहुत पक्का है। अमृत वेले उठता है, पहर रात रहती इशनान करता है मनसुख शाहूकार। कुछ समा सिमरन में बतीत करने तो बाद पंचामृत कड़ा प्रसाद की देग बना के अरदास करके वंड दे। पर इथों के कानून दे विच ये गल फिट नहीं सी पैंदी। इथों का राजा वर्त रखदा है, वो कहंदा लेट उठो, लेट नहाओ,
ਪਹਿਲਾਂ ਠਾकुर ਦੁਆਰੇ ਜਾਓ ਤੇ ਫੇਰ ਕਿਸੇ ਚੀਜ਼ ਨੂੰ ਭੋਗ ਲਾਓ। ਪਰ ਗੁਰੂ ਦਾ ਸਿੱਖ ਆਪਣੇ ਧਰਮ ਚ ਪ੍ਰਪੱਕ ਅੰਮ੍ਰਿਤ ਵੇਲੇ ਜਾ ਕੇ ਕੜਾਹ ਪ੍ਰਸ਼ਾਦੀ ਦੇਗ ਬਣਾ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਭ ਦੇ ਵਿੱਚ ਵਰਤਾਉਂਦਾ ਏ। ਨਿਕਟ ਨਰਨ ਸਭ ਹੀ ਕੋ ਲੈ ਕੇ ਬੋਹਰੋ ਆਪ ਅਚੈ ਕਰ ਲੈ ਕੇ। ਗੁਰੂ ਨਾਨਕ ਸਾਹਿਬ ਜੀ ਨੇ ਜਾਣ ਵੇਲੇ ਉਪਦੇਸ਼ ਬਖਸ਼ਿਆ ਸੀ, ਨਾਮ ਜਪੀ ਵੰਡ ਕੇ ਛਕੀ। ਤੇ ਭਾਈ ਮਨਸੁਖ ਸ਼ਾਹੂਕਾਰ ਸਭ ਨੂੰ ਦੇਗ ਵਰਤਾਉਣ ਤੋਂ ਬਾਅਦ ਵਿੱਚ ਬਚਿਆ ਹੋਇਆ ਕਣਕਾ ਛਕਦਾ ਹੈ। ਅਸਲ ਵਿੱਚ ਗੁਰਮੁਖਾਂ ਦੀ ਪਛਾਣ ਇਹ ਹੈ ਕਿ ਸਾਡੇ ਵਰਗੇ ਮਸੰਦ ਤੇ ਪਹਿਲਾਂ ਆਪਣੀ ਕੌਲੀ ਭਰ ਕੇ ਰੱਖ ਲੈਂਦੇ ਆ ਵੀ ਕਿਸੇ ਨੂੰ ਮਿਲੇ ਨਾ ਮਿਲੇ ਪਰ ਸਾਡਾ ਢਿੱਡ ਭਰਨਾ ਚਾਹੀਦਾ। ਕਦੇ ਰਹਿਤਨਾਮੇ ਸਤਿਗੁਰਾਂ ਦੇ ਪੜ੍ਹ ਕੇ ਵੇਖਿਓ ਐਸੇ ਲੋਕਾਂ ਦੇ ਜੀਵਨ ਦੀ ਹਾਲਤ ਕੀ ਹੈ। ਮਰਦ ਕਹਿੰਦੇ ਕਦੇ ਤ੍ਰਿਪਤ ਨਹੀਂ ਹੋ ਸਕਦੇ ਤੇ ਕੁੱਤਿਆਂ ਦੀਆਂ ਜੂਨਾਂ ਚ ਪੈਂਦੇ ਆ। ਜੋ ਗੁਰੂ ਕੇ ਲੰਗਰ ਗੁਰੂ ਕੇ ਪ੍ਰਸ਼ਾਦ ਦਾ ਲਾਲਚ ਕਰਦਾ ਹੈ, ਇਹ ਹਾਲਤ ਹੈ। ਰਹਿਤਨਾਮੇ ਭਾਈ ਚੌਪਾ ਸਿੰਘ ਦੇ ਪੜ੍ਹ ਕੇ ਵੇਖੋ, ਭਾਈ ਧਰਮ ਸਿੰਘ ਦੇ ਪੜ੍ਹ ਕੇ ਵੇਖੋ। ਹੁਣ ਗੁਰੂ ਨਾਨਕ ਸਾਹਿਬ ਜੀ ਦਾ ਪਿਆਰਾ ਸਿੱਖ ਪਹਿਲੇ ਦਿਨ ਤੋਂ ਹੀ ਵੰਡ ਕੇ ਛਕਦਾ। ਵੰਡਣ ਦਾ ਭਾਵ ਕੀ ਹੈ? ਸਭ ਨੂੰ ਵਰਤਾਉਣ ਤੋਂ ਬਾਅਦ ਜੋ ਬਚਿਆ ਭੋਜਨ ਹੈ ਤੇਰੇ ਲਈ ਅੰਮ੍ਰਿਤ ਸਮਾਨ ਹੈ। ਹੁਣ ਬੜੇ ਲੋਕ ਐਸੇ ਸੀ ਦੂਜੇ ਧਰਮਾਂ ਨਾਲ ਜੁੜੇ, ਉਹਨਾਂ ਵੀ ਆ ਕੇ ਪ੍ਰਸ਼ਾਦ ਲੈ ਜਾਣਾ, ਉਹਨਾਂ ਵੀ ਆ ਕੇ ਛਕ ਲੈਣਾ, ਪਰ ਛਕਣਾ ਵੀ ਤੇ ਨਿੰਦਿਆ ਵੀ ਕਰਨਾ। ਇਹ ਜ਼ਮਾਨੇ ਦਾ ਦਸਤੂਰ ਹੈ। ਜਿਸ ਥਾਲ ਵਿੱਚ ਖਾਣਾ ਹੈ ਉਸੇ ਵਿੱਚ ਛੇਕ ਕਰਨਾ ਹੈ। ਖਾਸ ਕਰਕੇ ਦੁਨੀਆ ਦੀ ਇਹ ਹਾਲਤ ਹੈ। ਹੁਣ ਮਨਸੁਖ ਸ਼ਾਹੂਕਾਰ ਕੋਲ ਰੋਜ਼ ਆ ਕੇ ਕੜਾਹ ਛਕਣ ਵਾਲੇ, ਪ੍ਰਸ਼ਾਦ ਛਕਣ ਵਾਲੇ ਅੰਦਰ ਖਾਤੇ ਨਿੰਦਿਆ ਕਰਦੇ ਨੇ। ਅਸ ਪ੍ਰਕਾਰ ਨਿਤਨੇਮ ਨਿਵਾਹੈ ਬਨਜ ਕਰੇ ਪੁਨ ਪਾਵਤ ਲਾਹੈ। ਪਰ ਸਿੱਖ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਪੈਂਦਾ। ਉਹ ਕਹਿੰਦਾ ਇਹਨਾਂ ਦਾ ਕਰਮ ਹੈ ਨਿੰਦਿਆ ਤੇ ਚੁਗਲੀ ਕਰਨੀ, ਮੇਰਾ ਕਰਮ ਇਹਨਾਂ ਦੀਆਂ ਗੱਲਾਂ ਸੁਣਨਾ ਥੋੜੀ ਹੈ। ਉਹ ਆਪਣਾ ਵਪਾਰ ਕਰਦਾ ਹੈ, ਆਪਣਾ ਵੰਡ ਕਰਦਾ ਹੈ, ਨਾਮ ਜਪਦਾ ਹੈ, ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਅੱਗੇ ਵੰਡਦਾ ਹੈ। ਕਹਿੰਦੇ ਜਿਉਂ ਜਿਉਂ ਸਿੱਖ ਪਰਿਵਾਰ ਸੀ ਭਾਈ ਮਨਸੁਖ ਦੇ ਨੇੜੇ ਆਏ, ਡਰ ਹੋਣੇ ਸ਼ੁਰੂ ਹੋ ਗਏ, ਡਰ ਘਟਣਾ ਸ਼ੁਰੂ ਹੋ ਗਿਆ। ਕਦੇ ਉਹ ਰਾਜੇ ਤੋਂ ਡਰਦੇ ਸੀ, ਸਾਡਾ ਰਾਜਾ ਧਰਮੀ ਹੈ, ਸਾਨੂੰ ਫਾਹੇ ਲਾ ਦੇਗਾ। ਪਰ ਇੱਕ ਦਲੇਰ ਸਿੱਖ ਦੀ ਸੰਗਤ ਕਰਕੇ ਉਹ ਵੀ ਸੰਗਤ ਵਿੱਚ ਬੈਠਣ ਲੱਗ ਪਏ। ਸੰਧਿਆ ਹੋਈ ਤਬ ਹੈ ਗੁਰਬਾਨੀ ਪੜੇ ਪ੍ਰੀਤ ਕਰ ਕੈ ਸੁਖ ਮਾਨੀ। ਹੁਣ ਸ਼ਾਮ ਦਾ ਵੇਲਾ ਹੋਣਾ, ਰੂਟੀਨ ਦੇ ਵਿੱਚ ਭਾਈ ਮਨਸੁਖ ਸੋਦਰ ਦਾ ਜਾਪ ਕਰਦੇ। ਹੁਣ ਕੋਈ ਸਵਾਲ ਕਰ ਸਕਦਾ ਜੀ ਉਦੋਂ ਤੇ ਰਹਿ ਰਾਸ ਸਾਹਿਬ ਮੂਡ ਵਿੱਚ ਨਹੀਂ ਸੀ ਆਈ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਰਹਿ ਰਾਸ ਦਾ ਵੇਲਾ ਕਿਸੇ ਸਿੱਖ ਨੇ ਨਹੀਂ ਬੁਝਾਇਆ। ਜਿਉਂ ਜਿਉਂ ਗੁਰੂ ਸਾਹਿਬ ਅੱਗੇ ਰੂਪ ਧਾਰਨ ਕਰਦੇ ਗਏ, ਸਰੀਰਾਂ ਕਰਕੇ ਬਾਣੀ ਰਚਦੇ ਗਏ, ਉਵੇਂ ਰਹਿ ਰਾਸ ਵਿੱਚ ਸ਼ਬਦ ਐਡ ਹੁੰਦੇ ਗਏ। ਪਹਿਲਾਂ ਪਹਿਲੇ ਪਾਤਸ਼ਾਹ ਜੀ ਦੇ ਸ਼ਬਦ ਸਿੱਖ ਗਾਉਂਦੇ ਸੀ। ਰਹਿ ਰਾਸ ਦਾ ਭਾਵ ਕੀ ਆ? ਬੋਲ ਕੇ ਗਾਉਣਾ ਤੇ ਸੰਗਤ ਨੂੰ ਸੁਣਾਉਣਾ। ਇਹ ਹੈ ਗੁਰੂ ਕੇ ਸਿੱਖ ਦੀ ਰਹਿ ਰਾਸ। ਭਾਈ ਮਨਸੁਖ ਨੇ ਰਹਿ ਰਾਸ ਕਰਨੀ, ਉਹਦੇ ਨਾਲ ਦੇ ਜਿਹੜੇ ਵਰਕਰ ਸੀ ਸ਼ਿਪ ਤੇ ਕੰਮ ਕਰਨ ਵਾਲੇ, ਉਹਨਾਂ ਸੁਣਨੀ, ਇੱਕ ਸਤਸੰਗ ਹੋ ਜਾਂਦੀ ਸੀ। ਹੁਣ ਰਾਜੇ ਦਾ ਸ਼ਹਿਰ ਹੈ ਸ਼ਿਵ ਨਾਮ ਦਾ, ਤੇ ਇਕਾਦਸ਼ੀ ਦਾ ਦਿਨ ਆਉਣ ਵਾਲਾ ਜਿਸ ਦਿਨ ਵਰਤ ਰੱਖਿਆ ਜਾਣਾ। ਪਰ ਗੁਰੂ ਕੇ ਸਿੱਖ ਦਾ ਤੇ ਇੱਕੋ ਮਕਸਦ ਸੀ ਵੀ ਘੱਟ ਛਕੋ, ਘੱਟ ਬੋਲੋ, ਘੱਟ ਸੋਵੋ। ਪਰ ਇੱਥੋਂ ਦਾ ਵਿਧਾਨ ਕਹਿੰਦਾ ਸੀ ਮਹੀਨੇ ਵਿੱਚ ਇੱਕ ਖਾਸ ਦਿਨ ਭੁੱਖੇ ਰਹਿਣਾ ਪੈਣਾ। ਬੜਿਆਂ ਨੇ ਕਿਹਾ ਮਨਸੁਖ ਦੀ ਜਿਹੜੀ ਰੋਜ਼ ਦੇਗ ਬਣਦੀ ਹੈ ਫਿਰ ਵਰਤ ਵਾਲੇ ਦਿਨ ਕੀ ਕਰੋਗੇ? ਕਹਿੰਦਾ ਗੁਰੂ ਕੇ ਪਿਆਰਿਆਂ ਦੀ ਬਣਦੀ ਹੋ ਰਹੀ। ਉਦੋਂ ਖਾਲਸਾ ਹੋਂਦ ਵਿੱਚ ਨਹੀਂ ਸੀ ਆਇਆ, ਐਡੀ ਬੇਪਰਵਾਹੀ ਨਹੀਂ ਸੀ। ਕਹਿੰਦੇ ਕੋਈ ਗੱਲ ਨਹੀਂ, ਇਹ ਕੜਾਹ ਪ੍ਰਸ਼ਾਦ ਗੁਰੂ ਨਾਨਕ ਸਾਹਿਬ ਦੇ ਦਰ ਦਾ ਏ, ਇਹ ਸਦਾ ਬਣਦਾ ਹੀ ਰਹਿਣਾ ਏ। ਸ੍ਰੀ ਨਾਨਕ ਕੀ ਮੂਰਤ ਧਿਆਨਾ ਦੋਨੋਂ ਕਾਲ ਧਰੇ ਦੁਖੇ ਹਨਾ। ਬੜਾ ਪਿਆਰਾ ਸਿੱਖ ਹੈ ਸਤਿਗੁਰਾਂ ਦਾ। ਮੁਲਾਕਾਤ ਗੁਰੂ ਨਾਨਕ ਸਾਹਿਬ ਜੀ ਨਾਲ ਕਈ ਵਾਰ ਹੋ ਚੁੱਕੀ ਹੈ। ਸਤਿਗੁਰਾਂ ਦੇ ਪਿਆਰ ਵਿੱਚ ਹੀ ਜੁੜਿਆ ਰਹਿੰਦਾ। ਜੁੜੇ ਵੀ ਕਿ ਉਹਨਾਂ ਦੀ ਦਾ ਡੁੱਬਦਾ ਜਹਾਜ਼ ਗੁਰੂ ਸਾਹਿਬ ਨੇ ਆਪ ਬਾਦ ਲਾਇਆ। ਕਿੱਡੀ ਭਾਵਨਾ ਹੋਣੀ, ਉਹ ਕਿੱਡੇ ਚੰਗੇ ਕਰਮ ਭਾਈ ਮਨਸੁਖ ਦੇ ਹੋਣੇ ਜਿਹਨੇ ਬਾਬਾ ਗੁਰੂ ਨਾਨਕ ਸਾਹਿਬ ਨੂੰ ਆਪਣੇ ਕਰ ਕਮਲਾਂ ਨਾਲ ਛੂਹਿਆ। ਰੋਜ਼ ਪਿਆਰ 'ਚ ਬਹਿੰਦਾ ਹੈ। ਗੁਰੂ ਨਾਨਕ ਸਾਹਿਬ ਨਜ਼ਰ ਆਉਂਦੇ ਆ, ਸਤਿਗੁਰਾਂ ਦੇ ਨਾਲ ਚੌਂਕੜਾ ਲਾ ਕੇ ਬਚਨ ਕਰਦੇ। ਅੱਜ ਵੀ ਸਿੱਖ ਬਚਨ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਬਾਣੀ ਸ਼ੁੱਧ ਹੈ ਨਾ,
गुरु नाल रोज गल्लां करदे आ, जिन्होंने बाणी शुद्ध पढ़नी नहीं आउंदी वो आखे मैं गल्लां करदा। हुण एक बोले फ्रेंच ते दूजा बोले हिंदी, समझ आओ जिधर शुद्धता ही है नहीं कोले। गल्लां भी वो कर सकदा है जिहदे कोल गल्लां करन दा चज होवे। गुरु ग्रंथ साहिब नाल गल्लां यो करदा जिहदी बाणी शुद्ध होवे, उच्चारण शुद्ध होवे। ते गुरु दी गोद विच बैठा सिख जदों बाणी पढ़दा सतगुर एक एक अर्थ आप समझाउंदे आ। अज भी बोलदे आ गुरु साहिब पर बुलाउण वाला चाहिए। हुण इत्थे मनसुख शाहूकार रोज गल्लां गुरु नानक साहिब नाल करदा है कि उहनूं लालच नहीं सी अपने वपार दा, लोकां चारों वपार करदा भी चलो काम है बिजनेस है करना चाहिए, लालच नहीं सी, तवा नहीं सी। हुण यही गल बाकी व्यापारियां नूं कित्थे चंगी लगदी है भी जिस वेले इहदा जहाज बंदरगाह ते लगदा है, पोर्ट ते लगदा है, लोकी भज्जे जांदे आ भी समान इहदे कोलों लैना क्योंकि वो सच्चा सुच्चा इंसान है। बेईमानी ठगी ठोई ਉਹਦੇ खून ਵਿੱਚ नहीं, ਇਸੇ ਕਰਕੇ ਉਹਦੀ हर वस्तु सोने ਦੇ ਭਾਅ ਵਿੱਚ ਹੁੰਦੀ ਹੈ ਤੇ ਜੇ ਕੋਈ ਲੋੜਵੰਦ ਆਉਂਦਾ ਦੇ ਵੀ ਦਿੰਦਾ ਹੈ। ਹੁਣ ਮਨਸੁਖ ਸ਼ਾਹੂਕਾਰ ਦਾ ਸਮਾਂ ਸਤਿਗੁਰਾਂ ਦੇ ਪਿਆਰ ਵਿੱਚ ਬਤੀਤ ਹੁੰਦਾ ਏ। ਇਸ ਕੀ ਰੀਤ ਦੇਖ ਨਰਪੁਰ ਕੇ ਤਰਕਤ ਮੂੜ ਅਸੂਆ ਕਰਕੇ। ਇਸ ਇਲਾਕੇ ਦੇ ਜਿਹੜੇ ਲੋਕ ਸੀ ਮੈਂ ਕੱਲ ਵੀ ਬੇਨਤੀ ਕੀਤੀ ਆ ਵੀ ਸ਼੍ਰੀਲੰਕਾ, ਨੇਪਾਲ ਤੇ ਭੂਟਾਨ ਦਾ ਜਿੰਨਾ ਇਲਾਕਾ ਨਾ ਇਹ ਪਹਿਲਾਂ ਸੀ ਬੁੱਧਿਸਟ, ਬੁੱਧ ਧਰਮ ਨੂੰ ਮੰਨਦੇ ਸੀ। ਜਿਵੇਂ ਆ ਥਾਈਲੈਂਡ ਦਾ ਇਲਾਕਾ ਆ ਜਾਂਦਾ ਆਪਣੇ ਏਸ਼ੀਆ ਦਾ ਸਾਰਾ, ਹੌਲੀ ਹੌਲੀ ਇਹ ਧਰਮ ਜਜ਼ਬ ਕੀਤਾ ਗਿਆ, ਅੱਜ ਬੁੱਧ ਧਰਮ ਲੱਭਦਾ ਗਿਆ, ਸਨਾਤਨ ਮਤ ਦਾ ਰੂਪ ਹੋ ਗਿਆ। ਜੇ ਸਾਡੇ ਸਿੱਖਾਂ ਦੀ ਆਹੀ ਹਾਲ ਰਹੇ ਆਪਾਂ ਵੀ ਜੈ ਮਾਤਾ ਦੀ ਕਰਿਆ ਕਰਨਾ। ਜੇ ਸਾਡੇ ਹਾਲ ਰਹੇ ਆ ਜੋ ਚੱਲ ਰਹੇ ਆ ਨਾ ਅਜੋਕੇ ਸਮੇਂ 'ਚ ਵਰਤ ਵਰਤ ਜੇ ਰੱਖਣੇ ਜੋ ਕੁਝ ਵੀ ਹੈ ਅੱਗੇ ਉਹ ਹੀ ਰੱਖਣਾ। ਗੁਰੂ ਕਿਰਪਾ ਕਰੇ ਸਾਨੂੰ ਕਿਤੇ ਸੋਝੀ ਕਿਤੇ ਵਾਤੇ ਆ ਜੀ ਕਿਤੇ ਸਮਝ ਆ ਜੀ ਗੁਰੂ ਦੇ ਬਚਨਾਂ ਦੀ। ਹੁਣ ਜਿਹੜੇ ਇੱਥੋਂ ਦੇ ਰਹਿਣ ਵਾਲੇ ਲੋਕ ਸੀ ਉਹ ਸੁਭਾਵਿਕ ਗੱਲ ਸੀ ਈਰਖਾ ਕਰਦੇ ਇੱਕ ਦੂਜੇ। ਕਹਿੰਦੇ ਮਨਸੁਖ ਸ਼ਾਹੂਕਾਰ ਉਹਨਾਂ ਨੂੰ ਹੱਸਦਾ ਚੰਗਾ ਹੀ ਨਹੀਂ ਲੱਗਦਾ, ਇੰਨੀ ਈਰਖਾ ਇੰਨਾ ਸਾੜਾ। ਪਿੰਡ ਦੇ ਚੌਧਰੀ ਜਿਹੜੇ ਇਲਾਕੇ ਦੇ ਸੀ ਉਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਵੀ ਰਾਜੇ ਕੋਲ ਸ਼ਿਕਾਇਤ ਕਰੋ ਇਸ ਬੰਦੇ ਦੀ। ਕਹਿੰਦੇ ਇਹ ਅਧਰਮੀ ਬੰਦਾ ਹੈ, ਮਤਲਬ ਪਾਪੀ। ਇਹ ਸੁਭਾਵਿਕ ਹੈ। ਮੁਸਲਮਾਨ ਹਰੇਕ ਨੂੰ ਕਹਿ ਦਿੰਦੇ ਆ ਵੀ ਜੇ ਮੁਸਲਮਾਨ ਨਹੀਂ ਕਹਿੰਦੇ ਕਾਫਰ ਹੈ। ਹਿੰਦੂ ਨੂੰ ਪੁੱਛੋ ਉਹ ਲੋਕਾਂ ਨਾਲ ਲੜਦਾ ਫਿਰਦਾ ਹੈ, ਕਹਿੰਦਾ ਇਹ ਬੰਦਾ ਨਹੀਂ ਹੈ, ਇਹ ਬੇਗੈਰਤ ਹੈ, ਧਰਮੀ ਨਹੀਂ ਹੈ। ਤੇ ਅੱਜ ਮੈਂ ਕਹਿੰਦਾ ਸਾਡੇ ਹਾਲ ਵੀ ਸਿੱਖਾਂ ਦੇ ਆਈ ਹੋਏ ਪਏ। ਪਰ ਗੁਰੂ ਸਾਹਿਬ ਨੇ ਤਾਂ ਸਾਨੂੰ ਇੰਨਾ ਉੱਚਾ ਸੁੱਚਾ ਬਣਾਇਆ, ਸਾਡੇ ਅੰਦਰ ਕਿਸੇ ਪ੍ਰਤੀ ਈਰਖਾ ਹੀ ਕੋਈ, ਨਫ਼ਰਤ ਕੋਈ ਨਹੀਂ, ਵੈਰ ਕੋਈ ਨਹੀਂ। ਪਰ ਜਦੋਂ ਅਸੀਂ ਆਪਣੇ ਤਲ ਤੇ ਵੇਖਦੇ ਹਾਂ ਧਰਮਾਂ ਦੀ ਤੇ ਗੱਲ ਛੱਡੋ, ਉਹ ਮੈਂ ਕਹਿੰਦਾ ਸਿੱਖ ਨੂੰ ਸਿੱਖ ਵੇਖ ਹੀ ਨਹੀਂ ਜਾਂਦਾ। ਆਖੋ ਸਤਿਨਾਮ। ਹਾਏ ਹਾਏ ਇਹਨੇ ਅੰਮ੍ਰਿਤ ਕਿਉਂ ਛਕ ਲਿਆ, ਇਹ ਪਾਠ ਇੰਨਾ ਕਿਉਂ ਕਰ ਲੈਂਦਾ ਹੈ, ਇੰਨੀ ਸੇਵਾ ਕਿਉਂ ਕਰਦਾ ਹੈ। ਸਾਡਾ ਤੇ ਆਪਸ ਚ ਜੂੜ ਪੜਾਈ ਕੰਮ ਚੱਲੀ ਜਾਂਦਾ, ਡਾਂਗੋ ਡਾਂਗੀ ਹੋਏ ਫਿਰਦੇ ਆ। ਪਰ ਕਿਤੇ ਉਹ ਲੋਕ ਲੋਕਾਂ ਦੇ ਧਰਮਾਂ ਨਾਲ ਨਫ਼ਰਤ ਕਰਦੇ ਆ। ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਨਾਲ ਨਫ਼ਰਤ ਨਹੀਂ ਕੀਤੀ, ਕਿਸੇ ਨਾਲ। ਅਸੂਲ ਹੋਰ ਚੀਜ਼ ਹੁੰਦੀ ਹੈ, ਨਫ਼ਰਤ ਹੋਰ ਚੀਜ਼ ਹੈ। ਅਸੂਲ ਇਹ ਹੈ ਜਿਵੇਂ ਅਸੂਲ ਹੈ ਸਾਡੇ ਬਾਪੂ ਗੁਰੂ ਗ੍ਰੰਥ ਸਾਹਿਬ ਨੇ, ਅਸੀਂ ਆਪਣੇ ਬਾਪ ਨੂੰ ਬਾਪ ਕਹਿਣਾ, ਦੂਜੇ ਨੂੰ ਕਿਵੇਂ ਕਹਿ ਦਈਏ, ਇਹ ਅਸੂਲ ਹੈ ਸਾਡੇ ਧਰਮ ਦਾ। ਤੇ ਕਈ ਬੇਅਸੂਲੇ ਲੋਕ ਨੇ, ਗੰਗਾ ਕੇ ਗੰਗਾ ਰਾਮ, ਜਮਨਾ ਕੇ ਜਮਨਾ ਦਾਸ, ਗੁਰਦੁਆਰੇ ਆਏ ਉੱਥੇ ਮੱਥਾ ਟੇਕ ਲਿਆ, ਮਸਜਿਦ ਗਏ ਉੱਥੇ ਅੱਲਾਹੁ ਅਕਬਰ, ਗਿਰਜਾ ਘਰ ਚਲੇ ਗਏ ਉੱਥੇ ਕਹਿੰਦੇ ਚੱਲ ਸ਼ਤਾਨ ਤੋਂ ਵਾਰੀ ਲੈ ਲਈ, ਪ੍ਰਸ਼ਾਦ ਹੀ ਕਹਿੰਦੇ ਹੁੰਦੇ ਆ ਲੋਕ। ਇੱਦਾਂ ਬਹੁਤ ਜ਼ਿਆਦਾ ਲੋਕ ਨੇ। ਪਰ ਉਸ ਵੇਲੇ ਕਹਿੰਦੇ ਲੋਕਾਂ ਨੇ ਇੰਨੀ ਈਰਖਾ ਕਰਨੀ ਸ਼ੁਰੂ ਕਰ ਦਿੱਤੀ, ਪਤਾ ਮਨਸੁਖ ਸ਼ਾਹੂਕਾਰ ਨੂੰ ਵੀ ਲੱਗ ਗਿਆ ਵੀ ਅਸੀਂ ਵੀ 4 ਦਿਨਾਂ ਦੇ ਪ੍ਰਾਹੁਣੇ ਆ ਇੱਥੇ। ਈਰਖਾ ਕਿਹੜੀ ਗੱਲ? ਕਹਿੰਦੇ ਕਿ ਪਾਪੀ ਬੰਦਾ ਹੈ। ਹੁਣ ਮੰਨ ਲਓ ਕੋਈ ਸਿੱਖ ਧਰਮ ਨੂੰ ਫੋਲੋ ਸਿੱਖਾਂ ਦੇ ਘਰੇ ਜੰਮ ਕੇ ਨਹੀਂ ਕਰਦਾ ਤੇ ਸਾਡੇ ਲੋਕ ਨਜ਼ਰੀਆ ਕੀ ਰੱਖਦੇ ਆ, ਕਹਿੰਦੇ ਮਨਮੁਖ ਬੰਦਾ ਯਾਰ ਇੱਥੇ ਕੋਈ ਬੰਦਾ ਹੈ। ਸਾਡੀਆਂ ਇਹਨਾਂ ਚੀਜ਼ਾਂ ਨੇ ਸਾਡੇ ਧਰਮ ਨੂੰ ਅੱਗੇ ਵਧਣ ਨਹੀਂ ਦਿੱਤਾ। ਅੱਜ ਐਡੇ ਮਾੜੇ ਹਾਲਾਤ ਸਾਡੇ ਸਿਸਟਮ ਦੇ ਨੇ। ਕੋਈ ਬੱਚਾ ਗਲਤੀ ਨਾਲ ਗੁਰਦੁਆਰੇ ਨੰਗੇ ਸਿਰ ਆ ਜੇ, ਮੈਂ ਕਹਿੰਦਾ ਪਰਚੇ ਵਾਲਾ ਇਦਾਂ ਪੈਂਦਾ ਜਿੱਦਾਂ ਕਿਤੇ ਉਸ ਬੰਦੇ ਨੇ ਕਤਲ ਕੀਤਾ ਹੋਵੇ ਕਿਸੇ ਦਾ। ਤੇ ਬੱਚਾ ਕਹਿੰਦਾ 1 2 3 ਗਲਤੀ ਨਾਲ ਆ ਗਿਆ, ਅੱਜ ਤੋਂ ਬਾਅਦ ਨਹੀਂ ਆਉਂਦਾ। ਜਦ ਕਿ ਉਹਨਾਂ ਨੂੰ ਪਿਆਰ ਨਾਲ ਲੈ ਕੇ ਆਉਣਾ ਸੀ, ਪਿਆਰ ਨਾਲ ਡੀਲ ਕਰਨਾ ਸੀ। ਪਿਆਰ ਦੇ ਅੰਦਰ ਹੋਊਗਾ ਤੇ ਵਰਤਾਂਗੇ। ਹਉਮੈ ਭਰੀ ਅੰਦਰ ਗੋਡੇ ਗੋਡੇ ਆਕੜ ਭਰੀ ਹੈ। ਹੁਣ ਮਨਸੁਖ ਸ਼ਾਹੂਕਾਰ ਦਾ ਜੀਵਨ ਇੰਨੀ ਨਿਮਰਤਾ ਵਾਲਾ, ਕਹਿੰਦੇ ਨਾਲ ਦੇ ਲੋਕਾਂ ਨੇ ਨਿੰਦਿਆ ਕਰਨੀ ਸ਼ੁਰੂ ਕਰਤੀ, ਵੈਰ ਵਧਾ ਲਿਆ ਜੀ। ਕਹਿੰਦੇ ਦਾ ਸਮਾਨ ਨਹੀਂ ਵਿਗੜ ਦੇਣਾ, ਨਹੀਂ ਕਰ ਸਕਦੇ, ਇੱਖਾ ਤਾਂ ਸੜੇਗਾ। ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹਨੂੰ ਦੁਖੀ ਕਰਨਾ ਚਾਹੁੰਦੇ ਆ, ਦੁਖੀ ਹੁੰਦਾ ਹੀ ਨਹੀਂ ਹੈ, ਇਹ ਹੱਸਦਾ ਹੀ ਰਹਿੰਦਾ ਹੈ। ਮਨਸੁਖ ਸ਼ਾਹੂਕਾਰ ਵਾਸਤੇ ਕਈ ਮੁਸੀਬਤਾਂ ਉਹਨਾਂ ਲੋਕਾਂ ਨੇ ਬਣਾਈਆਂ। ਉਹ ਕੌਣ ਨੇ?
उस वेले सालग्राम की पूजा करने वाले कुछ सनातनी लोग, क्योंकि उदों हिंदू नाम प्रचलित नहीं सी, सनातन सी, ते सनातन मत के लोग मनसुख शाहूकार नूं माड़ा कहंदे आ भी ये साडे देश विच रह के साडे धर्म की खिलाफत करता है। जद कि उन्हें खिलाफत नहीं की, वो कहता सच ये है, सच खिलाफत नहीं होंदी, खिलाफत वो है उसी सच भी नहीं बोलते, उस चीज नूं मन भी अंदरों अंदर रहे हो ते लोकां चालू निंदिया भड्डी प्रचार, उन्होंने कहते खिलाफत, उन्होंने कहते निंदिया, वो है साड़ा। पर गुरु का सिख ते सब दा सत्कार करदा सी, वो खरी गल कहंदा सी भी मेरा बापू गुरु नानक है, मैं किसी होर तो आस क्यों रखा। पर दूजे लोग मनसुख शाहूकार दी निंदिया रोज चिट्ठियां पा पा के राजे शिवनाथ कोल भेजण लग गए। राजे दे ध्यान च आ गया भी कोई बाहरों व्यापारी आया है, वो साडे धर्म दे विरुद्ध बोल, बाकी दी गल्लां बनदियां होंदियां। साहिबजादियां दा की कसूर सी, पर सभा दे विच किन्ने कसूर कट्टे गए। इन्हां दे बापू बागी ने, इह सप्पां दे पुੱਤ ने, इह तिखियां सूड़ां ने, जे इन्हां नूं छड्ड दांगे इदां कर देणगे। कौन सी? आपे जज, आपे वकील, जिहदे कोल सियासत होवे, जिस धर्म दे कोले राजनेता बन जाण, पावर आ जाए, वो धर्म कदे किसी नूं बंदा समझदा है। दूर दी गल छड्डो, अपने भारत दे हालात की चलदे तुहाडे सामने, जेड़ा मर्जी टीवी ला लो, हिंदू मुसलमान, हिंदू मुसलमान, कोई है की है किथे फसी पई दुनिया। कोई चंद ते घर बनाउण नूं फिरदा है, कोई मंगल ग्रह ते फिरदा है, कोई दूजियां गैलेक्सियां ते जाण नूं फिरदा, ते असीं किथे सिंह फसाउंदे फिरदे। धर्म ते कहंदे सी रल मिल के रहो, रब दा नाम जपो, शुक्र शुक्र करो, कोई असीं कहंदे असीं जीवन नहीं देना किसी को, असीं कोई रग जीवन। पर उस वेले जदों मनसुख शाहूकार ने सुनिया, साथी कहंदे जी आपां नूं इह देश छड्ड के चले जाना चाहिए। नहीं, असीं झुकना नहीं किसी अगे, जब तक सच्चे आ, जदों तक साए अपना नेम निभाउणा है। मुख सोहै बचन कह निंदाएं, शुभ मार्ग की गत नह बिंदें। हाड़ी 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 निंदिया दा सतारे इन्ना वधिया। लोकी कहंदे ए साडे धर्म दी निंदिया करदा है, इहनूं ना अकल है, ना समझ है, ना मत है, ये अपने पखंड करी जांदा, सवेरे उठ के नहा लैंदा है, क्योंकि राजा कहंदा सी नहाउणा नहीं सवेरे जल्दी। बनता नहीं क्या भी जब तक सूरज नहीं चढ़ता उदों तक तेरा इशनान नहीं मनिया जाना। वो पक्का असूल सी, जिवें अज अरब देशां चले उत्थे जाके कोई करदा है। आ इत्थे साडे वाले जिन्ने मर्जी धक्का होए फिरदे इंडिया दे विच, क्यों है? कानून दा यही लोग, असीं कहंदे ना लोग नहीं सुधरदे, सुधरदे क्यों नहीं? सुधारन वाला नहीं कोई। जदों ये अमेरिका ते कैनेडा दे एयरपोर्ट ते उतरदे आ ना, यही बंदे बन के खड़े होंदे आ। उन्हां नूं पता है भी जे इन्ना काम वादा करता अगले रिपोर्ट करन लगे टाइम नहीं लाउंदे, चार्जिस लगणगे। ते इत्थे ते रंग सैंड गड्डियां लई फिरदे, पुछदा कोई किसी कोई नहीं पुछदा, क्योंकि डर ही नहीं किसी का। पता है जेब च मंत्री बैठा है, मैं आ करूंगा तो मैनूं कौन रोक लूगा, मैं पुलिस वाला सस्पेंड करा देंगा। इत्थे खड़े लोग, बाहर कहंदा कोई नहीं। लोग यही ने, सुधारन वाला चाहिए, दुनिया ते डंडे अगे घूट नचदे आ। ਹੁਣ जिस वेले भाई मनसुख शाहूकार आए, उन्होंने साथी कहते आपां नूं चले जाना चाहिए, कहता मैं नहीं जाना, इत्थे ही रहना, मैं आया व्यापार करना, पर मैं सच्चे नाम का व्यापार करके जाना है। व्यापारी सच व्यापार करो, सच्चा व्यापार दे, अभी मैं अपने नाम की गल करूं, कहते गल की करेगा, तेरी ते निंदिया हो रही है, तैनूं लोकी अधर्मी कहते आ, पापी कहते आ, तैनूं माड़ा आखदे ने। कहावे धर्म बहीना, पूजा व्रत नेम ते खीना। निंदिया वड्डे पੱਧਰ ਤੇ आ, लोकी समान लेना छड्ड गए, अगे अगे कहते जी ये ना वर्त रखदा, ना ये पूजा करदा, ना ये शिव दुआले जावे, क्योंकि राजे का हुक्म है। कहते जेड़ा साडे राजे का हुक्म नहीं मनदा, वो साडा भी लगदा है। ਉਹਨੂੰ कहो भी ये पापी बंदा है, अधर्मी बंदा है, ਇਹਦਾ धर्म ठीक नहीं है, ये साडे धर्म की तौहीन करदा है। देखो धर्म हर बंदे की अपनी निजी चॉइस है, उन्हें की करनी है। जबरी किसी को धर्मी नहीं बनाया जा सकता, इत्थे ते जबरी किसी को सलाह नहीं दी जा सकती। जबरदस्ती ते धी पुੱਤ नहीं मनदे ते धर्मी किद्दां बना लोगे? उन्हां लोकां दी साजिश ये सी भी मनसुख शाहूकार पहला आउंदा सी, पहला हिंदू सी साडे वर्गा, अज क्यों नहीं? ਇਹਨੂੰ ਵੇਖ ਲੱਖਾਂ ਲੋਕ ਵਿਗੜ ਜਾਣਗੇ। ਸਾਲ ਗਰਾਮ ਨ ਸੇਵਾ ਕਰਹੀ, ਮਸਤਕ ਵਿਖੇ
ਤਿਲਕ ਨਹਿ ਧਰੇ। ਕਈ ਪੰਡਤਾਂ ਨੇ ਲੜਨ ਵਾਸਤੇ ਆਉਣਾ, ਕਹਿੰਦੇ ਉਹ ਤੂੰ ਸਾਲਗ੍ਰਾਮ ਦੀ ਪੂਜਾ ਨਹੀਂ ਕਰਦਾ। ਸਾਲਗ੍ਰਾਮ ਕਹਿੰਦੇ ਇੱਕ ਕਾਲੇ ਰੰਗ ਦੇ ਪੱਥਰ ਨੂੰ ਉਹਨਾਂ ਦੇ ਧਰਮ ਦੇ ਮੁਤਾਬਕ ਰੱਖ ਹੈ ਭਗਵਾਨ ਜੀ। ਕਹਿੰਦੇ ਨਾ ਤੂੰ ਮੱਥੇ ਤੇ ਤਿਲਕ ਲਾਵੇਂ, ਨਾ ਤੂੰ ਸਾਲਗ੍ਰਾਮ ਦੀ ਪੂਜਾ ਕਰੇ, ਨਾ ਤੂੰ ਲੇਟ ਉੱਠ ਕੇ ਇਸ਼ਨਾਨ ਕਰੇ। ਮਨਸੁਖ ਸ਼ਾਹੂਕਾਰ ਨੇ ਉਹਨਾਂ ਨੂੰ ਸਮਝਾਉਣਾ, ਕਹਿੰਦਾ ਮੇਰੇ ਸਤਿਗੁਰ ਨੇ, ਮੇਰੇ ਗੁਰੂ ਨਾਨਕ ਸਾਹਿਬ ਨੇ ਮੈਨੂੰ ਇਹਨਾਂ ਚੀਜ਼ਾਂ ਤੋਂ ਬਾਹਰ ਕੱਢਿਆ। ਉਹ ਜਾਣਦੇ ਨਹੀਂ ਸੀ ਗੁਰੂ ਸਾਹਿਬ। ਉਹਨੂੰ ਲੱਗਦਾ ਸੀ ਕਿਸੇ ਫਕੀਰ ਦਾ ਚੇਲਾ ਹੋਣਾ। ਉਹ ਬੜਾ ਲੜਦੇ ਆ, ਬੜਾ ਸਮਝਾਉਣ ਆਉਂਦੇ ਆ, ਸਾਡੀ ਮੰਨ ਲੈ, ਸਾਡੀ ਮੰਨ ਲੈ, ਤੇਰੇ ਦੇਸ਼ ਤੇਰਾ ਹਿਸਾਬ ਚੱਲਦਾ ਹੋਣਾ, ਇੱਥੇ ਆ ਕੇ ਆ ਕੰਮ ਨਾ ਕਰ, ਕਿਉਂਕਿ ਤੂੰ ਜਾਪਦਾ ਬਾਣੀਆਂ ਨੇ, ਤੂੰ ਸ਼ਾਹੂਕਾਰ ਹੈ, ਤੈਨੂੰ ਵੇਖ ਕਿੰਨੇ ਵਪਾਰੀ ਵਿਗੜਦੇ ਨੇ। ਸਗਰੇ ਨਗਰ ਪ੍ਰਗਟ ਸੁਧ ਹੋਈ, ਧਰਮ ਭ੍ਰਿਸ਼ਟ ਇਹ ਬਨਿਆ ਕੋਈ। ਜਦੋਂ ਮਨਸੁਖ ਸ਼ਾਹੂਕਾਰ ਨੇ ਕਿਸੇ ਦੀ ਪਰਵਾਹੀ ਨਾ ਕੀਤੀ, ਆਖਰਕਾਰ ਕਹਿੰਦੇ ਸਾਰੇ ਸ਼ਹਿਰ 'ਚ ਨਿੰਦਿਆ ਹੋ ਗਈ। ਨਿੰਦਿਆ ਇੰਨੀ ਜਿੱਧਰ ਜਾਇਆ ਕਰੇ ਕਹਿੰਦੇ ਭ੍ਰਿਸ਼ਟ ਬਾਣੀਆਂ, ਇਹ ਭ੍ਰਿਸ਼ਟ ਹੈ। ਇਹ ਸੁਣਨਾ ਬੜਾ ਔਖਾ ਲੱਗਿਆ। ਉਹ ਜਰਦੇ ਸੀ ਅੰਦਰ। ਹੁਣ ਮੈਨੂੰ ਕੋਈ ਭ੍ਰਿਸ਼ਟ ਕਹਿੰਦੇ, ਤੁਹਾਨੂੰ ਕਹਿੰਦੇ ਤੁਸੀਂ ਤੇ ਡਾਂਗ ਚੁੱਕ ਕੇ ਪਿੱਛੇ ਪੈ ਜਾਓ। ਕਹਿ ਕਿਵੇਂ ਦਿੱਤਾ, ਮੈਂ ਤੇ ਰੋਜ਼ ਗੁਰਦੁਆਰੇ ਜਾਂਦਾ। ਕਿ ਗੁਰਦੁਆਰੇ ਜਾਣ ਵਾਲੇ ਠੱਗੀਆਂ ਨਹੀਂ ਮਾਰਦੇ, ਮੰਦਰ ਜਾਣ ਵਾਲੇ ਠੱਗੀ ਨਹੀਂ ਮਾਰਦੇ, ਕਿ ਚਰਚ ਜਾਣ ਵਾਲੇ ਠੱਗੀ ਨਹੀਂ ਮਾਰਦੇ। ਉਹ ਵਿਰਲੇ ਹੋਣਗੇ ਜਿਹੜੇ ਧਰਮ ਦੇ ਥਾਂ ਤੇ ਆ ਕੇ ਰੱਬ ਤੋਂ ਡਰਦੇ ਆ ਜੀਵਨ ਵਿੱਚ। ਵਰਨਾ ਤੇ ਲੋਕ ਧਰਮਾਂ ਦੀ ਦੁਨੀਆ 'ਚ ਵੀ ਜੁੱਤੀਆਂ ਚੱਕਣੋਂ ਨਹੀਂ ਡਰਦੇ। ਕਿਸੇ ਧਾਰਮਿਕ ਸਥਾਨ ਤੇ ਚਲੇ ਜਾਓ, ਕਿਸੇ ਵੀ ਮੰਦਰ ਹੋਵੇ, ਮਸਜਿਦ ਹੋਵੇ, ਗੁਰਦੁਆਰਾ ਹੋਵੇ, ਲੋਕਾਂ ਦੀ ਮਾਨਸਿਕ ਤੋਂ ਪਤਾ ਲੱਗਦਾ, ਮਾਨਸਿਕਤਾ ਤੋਂ, ਵੀ ਜੋੜੇ ਘਰ ਦੇ ਵਿੱਚ ਵੀ ਟੋਕਨ ਲੈਣਾ ਪੈਂਦਾ। ਕਿਉਂ? ਇੱਥੇ ਨਹੀਂ ਪਤਾ ਵੀ ਕਿਹੜਾ ਮੱਥਾ ਟੇਕਣ ਆਇਆ ਚੋਪੜੇ ਆਖੋ ਸਤਨਾਮ। ਕਿਸੇ ਵੀ ਥਾਂ ਤੇ ਕਿਸੇ ਬੈਂਕ ਵਿੱਚ ਚਲੇ ਜਾਓ, ਉੱਥੇ 5 ਰੁਪਏ ਦਾ ਪੈਨ ਰੱਸੀ ਪਾ ਕੇ ਬੰਨਿਆ ਹੋਇਆ। ਕਿਉਂ? ਪਤਾ ਹੈ ਵੀ ਬੜੇ ਭੱਦਰ ਪੁਰਸ਼ ਆਉਂਦੇ ਆ। ਕਿਸੇ ਵਾਟਰ ਕੂਲਰ ਦੇ ਘੜ 'ਚ ਸੰਗਲੀ ਪਾਈ ਹੋਈ ਹੈ, ਗਲਾਸ ਕਿਤੇ 15-20 ਦਾ ਹੋਊਗਾ, 30 ਦਾ ਹੋਊਗਾ। ਪਤਾ ਹੋਵੇ ਉਹਨਾਂ ਨੂੰ ਵੀ ਬੜੇ ਮਹਾਨ ਲੋਕ ਨੇ, ਇੱਥੇ ਦੇ ਵਾਟਰ ਕੂਲਰ ਜਾ ਕੇ ਲੈ ਜਾਂਦੇ ਆ। ਸਤਨਾਮ। ਤੁਸੀਂ ਕਿਹੜੀਆਂ ਸੰਗਲੀਆਂ ਪਾਉਣ ਨੂੰ? ਇਹ ਮਾਨਸਿਕਤਾ ਲੋਕਾਂ ਦੀ। ਜਦੋਂ ਮਨਸੁਖ ਸ਼ਾਹੂਕਾਰ ਨੇ ਸੁਣਿਆ, ਉਹਨੇ ਚਰਨਾ ਸਿੱਖ ਲਿਆ ਵੀ ਗੁਰੂ ਸਾਹਿਬ ਕਹਿੰਦੇ ਸੀ ਕਿਸੇ ਦਾ ਬੁਰਾ ਨਹੀਂ ਕਰਨਾ, ਮੰਦਾ ਬੋਲ ਬੋਲਣਾ ਨਹੀਂ। ਉਪਤ ਕੇ ਢਿਗ ਜਾਏ ਸੁਣਾਇਓ, ਸਿੰਧ ਪਾਰ ਤੇ ਸ਼ਾਹੀ ਕੇ ਆਇਓ। ਆਖਰਕਾਰ ਰਾਜੇ ਦੇ ਦਰਬਾਰ ਵਿੱਚ ਕਈ ਬਾਣੀਆਂ ਪੰਡਤ ਪੇਸ਼ ਹੋ ਗਏ। ਕਹਿੰਦੇ ਰਾਜਨ ਕਹਿਰ ਹੋ ਗਿਆ, ਉਹ ਧਰਮੀ ਬੰਦੇ ਆਏ ਆ ਜੀ, ਫਿਰ ਇੱਜ਼ਤ ਤੇ ਦੇਣੀ ਬਣਦੀ ਆ। ਰਾਜਾ ਸ਼ਿਵ ਨਾਮ ਪੁੱਛਦਾ ਹੈ, ਕਹਿੰਦਾ ਕੀ ਹੋਇਆ? ਕਹਿੰਦੇ ਜੀ ਸਮੁੰਦਰੋਂ ਪਾਰ ਇੱਕ ਭ੍ਰਿਸ਼ਟ ਬਾਣੀਆਂ ਆਇਆ ਹੋਇਆ। ਸਮੁੰਦਰੋਂ ਪਾਰ ਭਾਵ ਦੇਸ਼ ਪੰਜਾਬ ਤੋਂ। ਉਹ ਪੰਜਾਬ ਦੇਸੀ ਹੈ। ਪੰਜਾਬੋਂ ਇੱਕ ਬਾਣੀਆਂ ਆਇਆ ਹੈ, ਕਹਿੰਦੇ ਬੜਾ ਵਿਗੜਿਆ ਹੋਇਆ। ਦੇਖੋ ਜੀ ਹੁਣ ਧਰਮੀ ਬੰਦੇ ਜ਼ਹਿਰ ਉਗਲਦੇ। ਰੱਬਾ ਇਹੋ ਜਿਹਾ ਧਰਮੀ ਨਾ ਕਦੇ ਬਣਾਈ ਵੀ ਮੈਂ ਆਪਣੀ ਜ਼ੁਬਾਨ ਤੋਂ ਜ਼ਹਿਰ ਹੀ ਬੋਲੀ ਜਾਵਾਂ। ਧਰਮ ਤੇ ਜੋੜਦਾ ਹੈ, ਧਰਮ ਤੋੜਦਾ ਕਦੋਂ? ਹੁਣ ਰਾਜਾ ਉਹਨਾਂ ਦੀ ਮੱਤ ਦਾ ਸੀ, ਉਹਨਾਂ ਦੇ ਧਰਮ ਦਾ ਸੀ। ਕਹਿੰਦਾ ਹੈ ਕੌਣ ਹੈ? ਕਹਿੰਦੇ ਜੀ ਉਹਦਾ ਨਾਮ ਮਨਸੁਖ ਹੈ, ਸ਼ਾਹੂਕਾਰ ਹੈ। ਜੋ ਜੋ ਤੁਸੀਂ ਹੁਕਮ ਕੀਤੇ ਆ ਉਹ ਇੱਕ ਵੀ ਨਹੀਂ ਮੰਨਦਾ। ਉਹ ਤੇ ਤੁਹਾਡੇ ਤੇ ਸਾਡੇ ਧਰਮ ਨੂੰ ਪੱਥਰ ਦੱਸਦਾ ਹੈ। ਉਹ ਸਾਡੇ ਉਹਨਾਂ ਸੀ ਰਾਜਾ। ਇਹ ਸੁਭਾਵਿਕ ਗੱਲ ਆ ਜੀ, ਹਰ ਬੰਦੇ ਦੀ ਹਰ ਵਸਤੂ ਨਾਲ ਭਾਵਨਾ ਜੁੜੀ ਹੋਈ ਹੈ। ਭਾਵੇਂ ਘਰੇ ਕੋਈ ਜੀਵ ਰੱਖਿਆ ਹੋਵੇ ਨਾ, ਪੈਟ, ਉਹਦੇ ਨਾਲ ਵੀ ਭਾਵਨਾਵਾਂ ਜੁੜੀਆਂ ਹੋਈਆਂ ਸਨ। ਰੁੱਖ ਲਾਇਆ ਉਹਦੇ ਨਾਲ ਵੀ ਜੁੜੀ ਹੈ। ਕੋਈ ਮਨੁੱਖ ਹੈ, ਕੋਈ ਬੱਚਾ ਹੈ, ਹਰ ਇੱਕ ਨਾਲ ਜੁੜੀ। ਇਹ ਤੇ ਰੱਬ ਦੀਆਂ ਗੱਲਾਂ। ਰਾਜੇ ਨੇ ਸਖਤ ਹੁਕਮ ਕੀਤਾ, ਕਹਿੰਦਾ ਤੁਸੀਂ ਸਮਝਾ ਲਿਆ। ਕਹਿੰਦੇ ਜੀ ਬੜਾ ਜ਼ੋਰ ਲਾਇਆ ਉਹਦੇ ਤੇ, ਸਾਰੇ ਨਗਰ 'ਚ ਬਦਨਾਮੀ ਕਰਾਈ ਪਈ ਹੈ। ਨਾ ਉਹ ਮੰਦਰ ਜਾਵੇ, ਨਾ ਉਹ ਧਰਮ ਦਾ ਪਾਠ ਕਰੇ, ਪੂਜਾ ਕਰੇ, ਨਾ ਉਹ ਕਿਸੇ ਦੀ ਗੱਲ ਸੁਣੇ, ਨਾ ਉਹ ਤਿਲਕ ਲਾਵੇ। ਉਹਨੂੰ ਵੇਖ ਕਈ ਲੋਕ ਗੱਲਾਂ ਕਰਦੇ ਆ ਵੀ ਰਾਜੇ ਦੇ ਤੇ ਜ਼ੋਰ ਨਹੀਂ ਜਾਂਦਾ। ਇਹ ਕੀ ਭੜਕਾਉਣ ਦੀਆਂ ਗੱਲਾਂ? ਜਿਹੜੇ ਚਮਚੇ ਹੁੰਦੇ ਆ ਨਾ ਜੀ, ਅੱਜ ਵੀ ਕਈ ਕੌਲੀਆਂ ਖਾਲੀ ਕਰਦੇ ਆ। ਆਖੋ ਸਤਨਾਮ। ਬਚੋ ਚਮਚਿਆਂ ਤੋਂ। ਪਾਪੀ ਵਜ਼ੀਰ ਖਾਨ ਨੇ ਏਡਾ ਪਾਪ ਕਿਉਂ ਕੀਤਾ? ਉਹਨੂੰ ਚਮਚੇ ਲੈ ਕੇ ਬਹਿ ਗਏ। ਸੋਚਾ ਨਾ ਤੇ ਖੱਤਰੀ ਝੂਠੇ ਵਰਗੇ ਚਮਚੇ ਸੀ। ਔਰੰਗਜ਼ੇਬ ਕਿਉਂ ਮਾਰਿਆ ਗਿਆ? ਉਹ ਇਹਨੂੰ 22 ਧਾਰ ਦੇ 22 ਚਮਚੇ ਲੈ ਕੇ ਬਹਿ ਗਏ। ਚਮਚਾ ਤੇ ਇੱਕ ਕੌਲੀਆਂ ਖਾਲੀ ਕਰ ਦਿੰਦਾ। ਉਹ ਕੜਛੀਆਂ ਸੀ। ਤੇ ਫਿਰ ਕਿਹੜੇ ਰਾਹ ਗਿਆ ਔਰੰਗਜ਼ੇਬ? ਵੱਡਿਆਂ ਨਾਲ ਇਹੀ ਕੁਝ ਹੋਇਆ ਹੈ। ਧਰਮ ਦੇ ਲੋਕਾਂ 'ਚ ਸਦਾ ਹੀ ਈਰਖਾ ਪਾਈ ਜਾਂਦੀ। ਉਹ ਜਿਹਨੂੰ ਰੱਬ ਬਚਾਵੇ ਬਚਦਾ ਉਹੀ ਹੈ। ਜਿੱਤੇ ਗੁਰੂ ਦੀ ਮਿਹਰ ਆ ਨਾ, ਉਹਦੀ ਨਿੰਦਿਆ ਵੀ ਕਰ ਲੋ, ਹੱਸ ਕੇ ਸਾਰ ਦਿੰਦੇ। ਫਿਰ ਕੀ ਹੋ ਗਿਆ? ਹੋ ਸਕਦਾ ਮੇਰੀ ਬੁਰਾਈ ਦਿਸਦੀ ਹੋਵੇ ਤਾਂ ਬੋਲਦੇ ਆ। ਤੇ ਮੈਂ ਕਹਿੰਦਾ ਮੇਰੇ ਵਰਗੇ ਦੀ ਪੂਛ ਤੇ ਪੈਰ ਰੱਖ ਕੇ ਵੇਖੋ, ਦੁਨੀਆ ਉਦਾਹਰਨ ਹੈ। ਕਹਿੰਦਾ ਆ ਤੇ ਸਹੀ, ਤੈਨੂੰ ਮੈਂ ਦੱਸੂ ਤੈਨੂੰ ਬੋਲਦਾ ਕਿ ਤੂੰ ਕਹਿੰਦਾ ਕੀ ਹੈ।
ਹੁਣ ਮਨਸੁਖ ਸ਼ਾਹੂਕਾਰ ਦੇ ਵੀ ਆਰਡਰ ਜਾਰੀ ਹੋ ਗਏ ਵੀ ਜਿੱਥੇ ਵੀ ਦਿਸਦਾ ਹੈ गिरफ्तार करके लेके आओ, फड़ के लेके आओ। मेरे देश विच, मेरे राज विच मेरे धर्म की कोई तौहीन करे, मैथों जरिया जाना नहीं। हिंदू धर्म ना को तिह माही, जागते नई रीत को राही। जो राजे ने हुक्म करता फिर भी पूछता कि दसो ते सही बंदे दा लिबास किहो जिहा? कहंदे जी लिबास ओहदा हिंदुआं वाला है, सनातनियां वाला है, पर वो हिंदू है नहीं, वो तो साडे धर्म दीयां धज्जियां डाउंदा है। क्योंकि उन्हां समयां सिख हिंदू और मुसलमान पहचान करके इक्को जिहे सी। कदे पुरातन इतिहास खोल के वेखो, 1947 की वंड वेख लो, लभ के बताओ मुसलमान कौन है, हिंदू कौन है, सिख कौन, पगड़ी धारी सारे। पुरातन समय इदां ही सी, उदों सिर्फ धार्मिक चिन्हां करके पता लगदा सी, श्री साहब करके पता लगदा सिंह है, जनेऊ करके पता लगदा हिंदू है। ਤੇ ਜਦੋਂ ਕਿਸੇ ਨੇ ਚਿੱਟੀ ਟੋਪੀ ਪਾਈ ਹੋਣੀ ਜਾਂ ਫਿਰ ਉਸ ਤਰੀਕੇ ਦੇ ਨਾਲ ਪੱਲਾ ਪਾਇਆ ਹੋਣਾ ਨਾ ਹਰੇ ਰੰਗ ਦਾ ਗਲ ਤੇ, ਤਾਂ ਪਤਾ ਲੱਗਦਾ ਸੀ ਕੋਈ ਮੀਆਂ ਜੀ ਹੈ। ਕਿਉਂਕਿ ਬੜੇ ਮੁਸਲਮਾਨ ਪਗੜੀ ਧਾਰੀ ਅੱਜ ਵੀ ਨਹੀਂ, ਪਹਿਲਾਂ ਵੀ ਸੀ। ਸ਼ੇਖਾਂ ਦੇ ਪਗੜੀਆਂ ਬੰਨੀਆਂ ਹੁੰਦੀਆਂ ਉਹਨਾਂ ਸਮਿਆਂ 'ਚ ਵੀ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਰੇ ਇੱਥੋਂ ਦੇ ਰਾਜੇ ਨੇ ਸੁਣਿਆ ਹੋਇਆ ਸੀ, ਰਾਜੇ ਸ਼ਿਵ ਨਾਮ, ਪਰ ਉਹਦਾ ਭਰੋਸਾ ਖਤਮ ਸੀ ਵੀ ਜਣਾ ਖਾਣਾ ਨਾਮ ਬਣ ਗਿਆ ਜਾਂਦਾ, ਜਣਾ ਖਾਣਾ ਕਿਉਂ ਵੀ ਕੋਈ ਆ ਜਾਂਦਾ। ਹੁਣ ਮਨਸੁਖ ਸ਼ਾਹੂਕਾਰ ਬਾਰੇ ਜਦੋਂ ਗੱਲ ਚੱਲੀ ਨਾ, ਕਹਿੰਦੇ ਜੀ ਉਹ ਹੈ ਹਿੰਦੂਆਂ ਵਰਗਾ, ਜਾਤ ਦਾ ਬਾਣੀਆਂ ਹੈ, ਪਰ ਭ੍ਰਿਸ਼ਟ ਹੈ ਉਹ ਪਤਾ ਨਹੀਂ ਜੀ ਕਿਹੜੇ ਧਰਮ ਦੀਆਂ ਗੱਲਾਂ ਕਰੀ ਜਾਂਦਾ, ਸਾਰੇ ਕੰਮ ਪੁੱਠੇ ਪੁੱਠੇ ਨੇ ਕਰਦਾ। ਰਾਜਾ ਕਹਿੰਦਾ ਵੀ ਇਹ ਬੰਦਾ ਕਾਹਦਾ ਹੈ? ਕੋਈ ਤੇ ਗੱਲ ਹੋਣੀ ਜਿਹੜਾ ਮੇਰਾ ਡਰ ਭੈ ਰੱਖਦਾ ਨਹੀਂ। ਸੁਣੀ ਭੂਪ ਅਚਰਜ ਧਾਰ, मन सुख को पठ मन जहकार। ਉਸੇ ਵੇਲੇ ਬੰਦੇ ਭੇਜ ਕੇ ਮਨਸੁਖ ਸ਼ਾਹੂਕਾਰ ਨੂੰ ਰਾਜੇ ਨੇ ਆਪਣੇ ਦਰਬਾਰ 'ਚ ਸੱਦ ਲਿਆ, ਪਰ ਅੰਦਰੋਂ ਬੜਾ ਹੈਰਾਨ ਆ ਵੀ ਇਹੋ ਜਿਹਾ ਕਿਹੜਾ ਬੰਦਾ ਜਿਹਨੂੰ ਮੇਰਾ ਡਰ ਹੀ ਨਹੀਂ ਲੱਗਦਾ। ਮਤਲਬ ਸਿੱਧੀ ਗੱਲ ਆ, ਕੋਈ ਤੁਹਾਡੇ ਤੋਂ ਡਰਦਾ ਨਹੀਂ, ਮਤਲਬ ਉਹ ਤੁਹਾਡੇ ਤੋਂ ਵੱਧ ਸਟਰੋਂਗ ਹੈ। ਹੋ ਸਕਦਾ ਤੁਹਾਡੇ ਵਿਰੁੱਧ ਉਹਦੇ ਕੋਲ ਕਿੰਨਾ ਕੁਝ ਪਿਆ ਹੋਵੇ, ਤੁਹਾਡੇ ਬਾਰੇ ਕਿੰਨਾ ਕੁਝ ਜਾਣਦਾ ਹੋਵੇ, ਜਾਂ ਤੁਹਾਡੇ ਤੋਂ ਐਡਵਾਂਸ ਹੋਵੇ, ਤੁਹਾਡੇ ਤੋਂ ਅੱਗੇ ਹੋਵੇ। ਜਦੋਂ ਰਾਜੇ ਨੇ ਬੁਲਾਇਆ ਮਨਸੁਖ ਸ਼ਾਹੂਕਾਰ ਨੂੰ, ਸਿਪਾਹੀ ਕਹਿੰਦੇ ਤੁਹਾਨੂੰ ਲੈ ਕੇ ਜਾਣਾ। ਕਹਿੰਦਾ ਚੱਲ ਵੇ, ਮੈਨੂੰ ਥੋੜਾ ਸਮਾਂ ਦੇ। ਕਹਿੰਦੇ ਸਮਾਂ ਨਹੀਂ ਮਿਲਣਾ, ਰਾਜੇ ਦਾ ਹੁਕਮ ਹੈ, ਤੂੰ ਧਰਮ ਦੀ ਤੌਹੀਨ ਕੀਤੀ ਹੈ, ਤੇਰੇ ਤੇ ਧਰਮ ਦੇ ਚਾਰਜਸ ਲੱਗਣਗੇ। ਉਹ ਮੈਂ ਕਹਿੰਦਾ ਜੀ ਜਿਹਦੇ ਕੋਲ ਰਾਜ ਅੱਜ ਬਖਸ਼ਦਾ ਕਿਸੇ, ਉਹ ਇੱਕ ਮਹਾਰਾਜਾ ਰਣਜੀਤ ਸਿੰਘ ਸੀ, ਜਿਹਨੇ 45 ਸਾਲਾਂ ਵਿੱਚ ਨਾ ਕਿਸੇ ਨੂੰ ਫਾਂਸੀ ਦਿੱਤੀ ਤੇ ਨਾ ਕਿਸੇ ਨੂੰ ਕੈਦ ਵਿੱਚ ਰੱਖਿਆ। ਆਖੋ ਸਤਿਨਾਮ। ਖਾਲਸਾ ਰਾਜ ਵਰਗਾ ਰਾਜ ਕੀ ਹੈ? ਇੱਥੇ ਤੇ ਹਿਟਲਰ ਵਰਗਿਆਂ ਦੇ ਰਾਜ ਆਏ, ਜਿਹਦਾ ਆਇਆ ਉਹ ਕਹਿੰਦਾ ਮੈਂ ਆਪਣੀ ਪੂਤੀ ਬਚਾਉਣੀ, ਮੈਂ ਬੰਦੇ ਨੂੰ ਬੰਦਾ ਕੀ ਜਾਣ। ਧਰਮ ਪਿੱਛੇ ਇਨਸਾਨੀਅਤ ਦੇ ਕਾਣ ਹੁੰਦੇ, ਅੱਜ ਵੀ ਤੇ ਪਹਿਲਾਂ ਹੁੰਦੇ ਰਹਿਣਗੇ। ਜਦੋਂ ਮਨਸੁਖ ਸ਼ਾਹੂਕਾਰ ਨੂੰ ਸੱਦਾ ਆਇਆ, ਇੱਕ ਵਾਰ ਤੇ ਮਨ ਘਬਰਾ ਗਿਆ ਵੀ ਮਨਾ ਮੇਰਿਆ, ਮੈਂ ਤੇ ਇੱਥੇ ਵਪਾਰ ਕਰਨ ਆਇਆ, ਜੇ ਰਾਜੇ ਨੇ ਕੋਈ ਹੁਕਮ ਹੀ ਸੁਣਾਤਾ ਉਦੋਂ ਕਿਹੜਾ ਡੈਮੋਕ੍ਰੇਸੀ ਵੀ ਸੁਪਰੀਮ ਕੋਰਟ ਚ ਰਹਿ ਜਾਊਗਾ? ਨਹੀਂ, ਰਾਜੇ ਦਾ ਜਿਹੜਾ ਹੁਕਮ ਹੈ ਸੋ ਹੁਕਮ ਹੈ। ਜੇ ਉਹਨੇ ਕਹਿੰਦਾ ਤੂੰ ਸਜ਼ਾ ਦੋ, ਮਾਰ ਦੇ ਚੁਰਾਹੇ ਤੂੰ ਮਾਰਨਾ। ਫਿਰ ਸੋਚਿਆ ਮੇਰਾ ਸਤਿਗੁਰੂ ਚਾਹੂਗਾ, ਐਸਾ ਕੀ ਹੋ ਗਿਆ? ਕਿਉਂਕਿ ਹੁਣ ਜਿਹਨੇ ਤੁਹਾਡੀ ਵਿਰੋਧਤਾ ਕਰਨੀ ਹੈ, ਉਹਨੇ ਇੱਕ ਗੱਲ ਤੁਹਾਡੀ ਵਿਰੁੱਧ ਲੈ ਕੇ ਚਾਰ ਉਹਨੇ ਆਪਣੇ ਕੋਲੋਂ ਘੜਨੀਆਂ ਨੇ, ਚਾਰ ਕੋਲੋਂ ਕਹਿਣੀਆਂ ਤਾਂ ਵੀ ਬਚੇ ਨਾ, ਇਹਦਾ ਨੁਕਸਾਨ ਹੋ। ਮਨਸੁਖ ਸ਼ਾਹੂਕਾਰ ਕਹਿੰਦਾ ਜੀ ਦੇਖੋ ਮੈਂ ਰਾਜੇ ਕੋਲ ਚੱਲਿਆ, ਪਹਿਲੀ ਵਾਰ ਚੱਲਿਆ, ਖਾਲੀ ਹੱਥ ਨਹੀਂ ਜਾਣਾ, ਮੈਂ ਕੁਝ ਲੈ ਕੇ ਜਾਣਾ ਏ। ਏਕ ਨਲੇਰ ਰਜਤ ਪਣ ਸੰਗਾ, ਜਿਉ ਸ਼ਾਹੂ ਲੈ ਭੇਟ ਨਿਸੰਗਾ। ਇੱਕ ਨਾਰੀਅਲ ਰਾਜੇ ਦੇ ਪਾਸ ਤੇ ਲੈ ਲਿਆ। ਨਾਰੀਅਲ ਤੋਂ ਭਾਵ ਕੀ ਹੁੰਦਾ ਪੁਰਾਣੇ ਸਮੇਂ ਵਿੱਚ? ਸਿਰ ਭੇਟਾ ਕਰਨਾ। ਤੇ ਇੱਕ ਰਜਤਪਣ, ਅੱਜ ਦਾ 1 ਰੁਪਈਆ ਕਹਿ ਲਓ, ਚਾਂਦੀ ਦੇ ਸਿੱਕੇ ਨੂੰ ਰਜਤਪਣ ਕਹਿੰਦੇ ਸੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਵਿੱਚ, ਕਿਉਂਕਿ ਇਹ ਰਾਜ ਲੋਧੀਆਂ ਦਾ ਸੀ। ਲੋਧੀਆਂ ਦੇ ਰਾਜ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਏਮਨਾਬਾਦ ਗਏ, ਬਾਬਰ ਤੇ ਬਾਅਦ ਚੋਂ ਆਏ। ਜਦੋਂ ਬਾਬਰ ਬਾਣੀ ਉਚਾਰਨੀ ਹੈ ਗੁਰੂ ਸਾਹਿਬ, ਅਜੇ ਬਾਬਰ ਦਾ ਰਾਜ ਨਹੀਂ ਆਇਆ। ਲੋਧੀ ਲੋਕ, ਮੁਗਲ ਲੋਕ ਇੱਥੇ ਸ਼ਾਸਨ ਕਰਦੇ ਸੀ। ਇਹ ਲੋਧੀ ਕੌਣ ਸੀ? ਚੰਗੇਜ਼ ਖਾਂ ਦੀ ਪੁੱਲ ਚੋਂ ਚੱਲੇ ਆ ਰਹੇ ਮੰਗੋਲੀਏ ਲੋਕ, ਉਹੀ ਚੱਲਦੇ ਗਏ ਅੱਗੇ ਸਨ। ਜਦੋਂ ਕਹਿੰਦੇ ਜੀ ਉਹਨੇ ਇੱਕ ਰਜਤਪਣ ਲੈ ਲਿਆ, ਇੱਕ ਨਾਰੀਅਲ ਲੈ ਲਿਆ, ਬੜਾ ਸੋਹਣਾ ਲਿਬਾਸ ਪਾਇਆ, ਬੜੇ ਅਦਬ ਨਾਲ ਚੱਲਿਆ, ਕਿਉਂਕਿ ਰਾਜੇ ਦੇ ਦਰਬਾਰ ਚੱਲੇ। ਹਰ ਦੇਸ਼ ਦਾ ਰਾਜਾ ਉਹਨੂੰ ਚੰਗਾ ਹੁੰਦਾ ਸੀ, ਫਿਰ ਵੀ ਚੰਗਾ ਹੀ ਹੈ ਜੀ, ਅਗਲਾ ਆਪਣੇ ਧਰਮ ਦੀ ਗੱਲ ਕਰਦਾ ਹੈ, ਆਪਣੇ ਦੇਸ਼ ਦੇ ਲੋਕਾਂ ਨੂੰ ਧਰਮ ਨਾਲ ਜੋੜਿਆ, ਧਰਮ ਕੋਈ ਵੀ ਮਾੜਾ ਨਹੀਂ ਹੁੰਦਾ। ਮਨਸੁਖ ਸ਼ਾਹੂਕਾਰ ਦੇ ਨਾਲ 4 ਸਿਪਾਹੀ ਲੈ ਕੇ ਦਰਬਾਰ ਨੂੰ ਚੱਲ ਪਏ। ਭੂਪ
ਭੂਪਤ ਕੋ ਬੰਦਨ ਕੀਨਾ, ਬੈਸ ਨਾਮ ਸ਼੍ਰੀ ਨਾਨਕ ਲੀਨਾ। ਰਾਜੇ ਦੇ ਦਰਬਾਰ ਵਿੱਚ ਆਏ, ਨਾਰੀਅਲ ਰਾਜੇ ਦੇ ਸਾਹਮਣੇ ਰੱਖਿਆ, ਇੱਕ ਰਜਤ ਬਣ ਰੱਖਿਆ ਤੇ ਮੱਥਾ ਟੇਕਣ ਲੱਗੇ। ਹੁਣ ਟੇਕਣਾ ਪੈਣਾ ਸੀ। ਮਨ ਕਹਿੰਦਾ ਯਾਰ ਇਸ ਬੰਦੇ ਨੂੰ ਮੱਥਾ ਨਹੀਂ ਟੇਕਣਾ, ਮੈਂ ਤੇ ਗੁਰੂ ਨਾਨਕ ਸਾਹਿਬ ਦਾ ਸੇਵਕ ਆ, ਜੇ ਇਹਨੂੰ ਮੱਥਾ ਟੇਕਦੇ ਤੇ ਸਨਾਤਨੀ ਹੈ। ਫਿਰ ਉਹਨੇ ਮੱਥਾ ਪਤਾ ਕਿਵੇਂ ਟੇਕਿਆ? ਹੱਥ ਜੋੜ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇਰੀ ਜੈ ਹੋਵੇ। ਇੰਨੇ ਬਚਨ ਕਹਿ ਕੇ ਰਾਜੇ ਸ਼ਿਵਨਾਥ ਨੂੰ ਮਨਸੁਖ ਸ਼ਾਹੂਕਾਰ ਨੇ ਮੱਥਾ ਟੇਕਦਾ। ਹੁਣ ਉਹਦਾ ਮੱਥਾ ਕਿਹਨੂੰ ਲੱਗਿਆ? ਗੁਰੂ ਸਾਹਿਬ ਨੂੰ। ਭਾਵਨਾ ਉਹਦੀ ਸਤਿਗੁਰੂ ਨਾਨਕ ਸਾਹਿਬ ਦੇ ਲਈ। ਰਾਜਾ ਖੁਸ਼ ਹੋ ਗਿਆ ਵੀ ਚਲੋ ਇੰਨੀ ਕਿਤੇ ਇਸ ਬੰਦੇ ਨੂੰ ਮੱਤ ਹੈ। ਦਰਬਾਰ ਚ ਕਿਵੇਂ ਆਈ? ਨਾਰੀਅਲ ਲੈ ਕੇ ਆਇਆ, ਭੇਟਾ ਲੈ ਕੇ ਆਇਆ, ਖਾਲੀ ਹੱਥ ਨਹੀਂ ਆਇਆ। ਰਾਜਾ ਸਾਹਮਣੇ ਬਿਠਾ ਕੇ ਕਹਿੰਦਾ ਮਨਸੁਖ ਜੀ ਬੈਠੋ, ਤੁਹਾਡੀਆਂ ਸ਼ਿਕਾਇਤਾਂ ਨੇ, ਤੁਹਾਡੇ ਵਿਰੁੱਧ ਬੜੀ ਵਾਰ ਲੋਕਾਂ ਨੇ ਇੱਥੇ ਆ ਕੇ ਮੇਰੇ ਕੋਲ ਗੱਲਬਾਤ ਕੀਤੀ। ਮੈਂ ਡੋਲਿਆ ਨਹੀਂ, ਮੈਂ ਕਿਤੇ ਤੁਹਾਡੇ ਬਾਰੇ ਸੁਣਿਆ ਨਹੀਂ। ਤੁਸੀਂ ਕੌਣ? ਕਹਿੰਦੇ ਮੇਰਾ ਨਾਮ ਮਨਸੁਖ ਹੈ, ਮੈਂ ਸ਼ਾਹੂਕਾਰ, ਮੈਂ ਸਮੁੰਦਰੋਂ ਪਾਰ ਆਇਆ ਹਾਂ। ਉਜਤ ਭਾਰਾ ਜਾਤੇ ਸੰਗ, ਹਿੰਦੂ ਕਹਾ ਮੈਂ ਧਰਮੈ ਪੰਗਾ। ਤੇ ਰਾਜੇ ਨੇ ਸਾਰੀਆਂ ਗੱਲਾਂ ਸੁਣ ਕੇ ਥੋੜੇ ਜਿਹੇ ਗੁੱਸੇ ਨਾਲ ਆਖਿਆ, ਕਹਿੰਦੇ ਤੂੰ ਕਹਾਉਣਾ ਹਿੰਦੂ, ਪਰ ਤੂੰ ਹਿੰਦੂ ਧਰਮ ਨੂੰ ਤੋੜਦਾ ਹੈ, ਅਭੰਗ ਕਰਦਾ ਹੈ, ਨਾਸ਼ ਕਰਦਾ ਹੈ, ਕਿਉਂਕਿ ਲਿਬਾਸ ਤੋਂ ਸਨਾਤਨੀਆਂ ਲੱਗਦਾ। ਕਹਿੰਦਾ ਨਹੀਂ ਰਾਜਾ, ਮੈਂ ਕਦੇ ਕਿਸੇ ਧਰਮ ਦੀ ਤੋਹੀਨ ਨਹੀਂ ਕੀਤੀ, ਮੈਂ ਸਤਿਕਾਰ ਕਰਦਾ। ਜੇ ਚੰਗਾ ਨਹੀਂ ਸਰਦਾ ਤੇ ਮਾੜਾ ਵੀ ਨਾ ਕਹੋ, ਕਿ ਸਾਨੂੰ ਮਰਦ ਨੇ ਸਿਖਾਇਆ। ਜੇ ਤੁਸੀਂ ਕਿਸੇ ਧਰਮ ਦੀ ਬਹੁਤੀ ਸਿਫਤ ਨਹੀਂ ਨਾ ਕਰ ਸਕਦੇ ਤੇ ਉਹਦੀਆਂ ਬੁਰਾਈਆਂ ਤੇ ਖਾਮੀਆਂ ਵੀ ਨਾ ਕਰੋ। ਹਾਂ, ਸੱਚੀ ਗੱਲ ਹੈ ਜਿਹੜੀ ਆਪਣੇ ਸੱਜਣਾ ਨੂੰ ਸਮਝਾਉਣ ਲਈ ਦੱਸੋ, ਇਹਦੇ 'ਚ ਆਹ ਕਮੀ ਹੈ, ਇਹਦੇ 'ਚ ਆਹ ਕਮੀ ਹੈ। ਤੇ ਗੁਰੂ ਸਾਹਿਬ ਨੇ ਕਿਹਾ ਵੀ ਇਹਨਾਂ ਚੀਜ਼ਾਂ ਤੋਂ ਬਚ। ਇਹ ਨਿੰਦਿਆ ਨਹੀਂ ਹੈ। ਗੁਰਬਾਣੀ ਦੇ ਮਰਦ ਨੇ ਕਿੰਨੀ ਵਾਰ ਆਖਿਆ ਤੂੰ ਟਿੱਕਾ ਤੇ ਖਾਈ। ਕਿੰਨੇ ਬਚਨ ਆਏ ਆ ਪੰਡਤਾਂ ਦੇ ਪ੍ਰਤੀ, ਕਿੰਨੇ ਬਚਨ ਆਏ ਮੁਸਲਮਾਨਾਂ ਪ੍ਰਤੀ, ਕਿੰਨੇ ਬਚਨ ਆਏ ਸਿੱਖਾਂ ਨੂੰ ਵੀ ਬਖਸ਼ਿਆ। ਇਹ ਵੀ ਕਹਿ ਦਿੱਤਾ ਗੁਰ ਸਤਿਗੁਰ ਕਾ ਜੋ ਸਿੱਖਿਆ ਖਾਏ ਸੋ ਭਲ ਕੇ ਉਠਰ ਨਾਮ ਤੇ ਆਵੇ। ਵੀ ਸਿੱਖ ਕੋਈ ਕਹਾ ਸਕਦਾ ਜਿਹੜਾ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰੇ ਉਹ ਸਿੱਖ ਹੈ, ਉਹ ਬੰਦਗੀ ਵਾਲਾ ਹੈ। ਜਿਸ ਵੇਲੇ ਮਨਸੁਖ ਸ਼ਾਹੂਕਾਰ ਦੇ ਸਾਹਮਣੇ ਸਵਾਲ ਕੀਤਾ ਨਾ ਰਾਜੇ ਨੇ, ਮਨਸੁਖ ਸ਼ਾਹੂਕਾਰ ਹੱਥ ਜੋੜ ਕੇ ਥੋੜੀ ਜਿਹੀ ਸਮਾਈਲ ਦੇ ਖੁਸ਼ ਹੋਇਆ ਵੀ ਇਹ ਮੇਰੇ ਪਸੰਦ ਦੀ ਗੱਲ ਇਹਨੇ ਕੀਤੀ ਹੈ। ਉਹਨੂੰ ਤਰਸ ਆਇਆ ਰਾਜੇ ਤੇ ਵੀ ਵਿਚਾਰਾ ਜਿੰਨੇ ਜੋਗ ਹੈ, ਜਿੰਨੀ ਅਕਲ ਹੈ ਉਨੀ ਹੀ ਗੱਲ ਕਰੇਗਾ। ਮਜਨ ਪੂਜਾ ਬ੍ਰਤ ਨਾ ਕਰਹੀ, ਸੰਜਮ ਨੇਮ ਤਿਲਕ ਨਹਿ ਧਰੀ। ਤੇ ਰਾਜੇ ਨੇ ਉਸ ਵੇਲੇ ਆਖਿਆ ਕਿ ਤੇਰੀ ਪਹਿਲੀ ਸ਼ਿਕਾਇਤ ਤੂੰ ਮੱਜਨ ਨਹੀਂ ਕਰਦਾ। ਮੱਜਨ ਕੀ ਹੋਵੇ? ਸਿਰ ਤੋਂ ਪੈਰਾਂ ਤੱਕ ਇਸ਼ਨਾਨ ਕਰਨਾ, ਪਰ ਉਹ ਚੜੇ ਸੂਟ ਨਹੀਂ ਕਰਨਾ, ਇਹਨੂੰ ਨਹੀਂ ਕਰਨਾ। ਦੂਜਾ, ਮਨਸੁਖ ਤੇਰੇ ਤੇ ਚਾਰਜਸ ਲੱਗਿਆ ਭਾਈ, ਸ਼ਿਕਾਇਤ ਆਈ ਹੈ ਤੂੰ ਸਵੇਰੇ ਉੱਠ ਕੇ ਸ਼ਿਵ ਵਾਲੇ ਨਹੀਂ ਜਾਂਦਾ, ਪੂਜਾ ਨਹੀਂ ਕਰਦਾ, ਤਿਲਕ ਨਹੀਂ ਲਾਉਂਦਾ। ਮਨਸੁਖ ਸ਼ਾਹੂਕਾਰ ਕਹਿੰਦੇ ਜੀ ਬਿਲਕੁਲ ਸੱਚ ਹੈ, ਇਹ ਬਿਲਕੁਲ ਸੱਚ ਹੈ ਜੋ ਤੁਸੀਂ ਫਰਮਾਇਆ ਹੈ, ਇਹਨਾਂ ਚੋਂ ਮੈਂ ਕੁਝ ਵੀ ਕਰਦਾ ਨਹੀਂ। ਕਰੇ ਆਪਣੀ ਰੀਤ ਨਰਾਲੀ, ਏਕੇ ਸਿਖਵਨ ਦੀਨ ਕੁਚਾਲੇ। ਕਹਿਣ ਲੱਗਿਆ ਤੈਨੂੰ ਇਹ ਸਿੱਖਿਆ ਕਿਹਨੇ ਦਿੱਤੀ ਹੈ? ਤੂੰ ਇੱਥੇ ਖੋਟੇ ਕਰਮ ਆ ਕੇ ਕਰਦਾ ਹੈ, ਸਾਡੇ ਧਰਮ ਦੀਆਂ ਧੱਜੀਆਂ ਡਾਉਣਾ ਹੈ, ਤੈਨੂੰ ਵੇਖ ਲੋਕ ਵਿਗੜ ਜਾਣਗੇ। ਮਨਸੁਖ ਸ਼ਾਹੂਕਾਰ ਇੱਥੇ ਆ ਕੁਝ ਨਹੀਂ ਹੋਣਾ, ਮੇਰੇ ਦੇਸ਼ ਵਿੱਚ ਰਹਿਣਾ ਤੇ ਸਭ ਕੁਝ ਕਰਨਾ ਪੈਣਾ। ਉਹਨੇ ਪਹਿਲੀ ਵਾਰ ਸੋਚਿਆ ਵੀ ਚਲੋ ਕੋਈ ਮੁਸਾਫਰ ਆਇਆ, ਦੂਰੋਂ ਆਇਆ, ਕਿਉਂਕਿ ਵਪਾਰਾਂ ਦੇ ਸਿਰ ਤੇ ਕੰਟਰੀਆਂ ਚੱਲਦੀਆਂ ਹੁੰਦੀਆਂ। ਅੱਜ ਵੀ ਆਯਾਤ ਨਿਰਯਾਤ ਹੁੰਦਾ, ਇੰਪੋਰਟ ਐਕਸਪੋਰਟ ਹੁੰਦਾ ਹੈ। ਆ ਕਰੋਨਾ ਕਾਲ ਵਿੱਚ ਸਾਰੇ ਦੇ ਬੈਠ ਕੇ ਵੱਧ ਗਏ, ਵੱਡੇ ਵੱਡੇ ਸ਼ਿਪ ਖੜ ਕੇ ਫਲਾਈਟਾਂ ਰੁਕ ਗਈਆਂ, ਦੇਸ਼ਾਂ ਦੇ ਨਾਲ ਸੰਪਰਕ ਖਤਮ ਹੋ ਗਏ। ਭਾਂਡੇ ਵੇਖੇ ਕਿ ਨਹੀਂ ਸਾਰੇ ਰੋ ਰਹੇ ਆ ਨਾ, ਸਾਰੇ ਅੱਜ ਤੱਕ ਰੋਂਦੇ ਆ। ਦੁਨੀਆ ਚੱਲਦੀ ਕਿਵੇਂ ਹੈ? ਆਯਾਤ ਨਿਰਯਾਤ, ਇੰਪੋਰਟ ਐਕਸਪੋਰਟ, ਉਹਨਾਂ ਸਮਝਿਆ ਕੀ ਸੀ। ਰਾਜਾ ਕਹਿੰਦਾ ਤੈਨੂੰ ਮੈਂ ਅੱਜ ਛੱਡ ਦਿੰਦਾ, ਪਰ ਮੈਨੂੰ ਕਾਰਨ ਦੱਸਣਾ ਪੈਣਾ ਵੀ ਤੂੰ ਕਿਹੜਾ ਧਰਮ ਜਾਣਨਾ ਨਹੀਂ ਕਰਦਾ। ਮੇਰੇ ਇਸ ਦੇਸ਼ ਵਿੱਚ ਸਾਰੇ ਲੋਕ ਮੰਦਰ ਜਾਂਦੇ ਆ, ਪੂਜਾ ਕਰਦੇ ਆ, ਤਿਲਕ ਲਾਉਂਦੇ ਆ, ਪੰਡਤ ਦਾ ਸਤਿਕਾਰ ਕਰਦੇ ਆ, ਤੂੰ ਕਿਹੜੀਆਂ ਮਨੌਤਾਂ ਲਈ ਫਿਰਦਾ ਹੈ? ਤੇਰੀ ਕਿਹੜੀ ਰਾਹ ਰੀਤ ਹੈ? ਕਿਹੜੀਆਂ ਪੁੱਠੀਆਂ ਲਾਈਨਾਂ ਵਿੱਚ ਪਿਆ ਹੋਇਆ ਏ? ਸ਼ਾਹ ਕਹੇ ਭੂਪਤ ਸੁਣ ਲੀਜੈ, ਏਕ ਕੁਤਰ ਕੰਨਾ ਮਨ ਮੈਂ ਕੀਜੈ। ਉਸ ਵੇਲੇ ਮਨਸੁਖ ਜੀ ਹੱਸ ਕੇ ਆਖਣ ਲੱਗੇ, ਕਹਿੰਦੇ ਰਾਜਨ ਤੂੰ ਬਹੁਤ ਪਿਆਰਾ ਹੈ, ਇਹ ਗੱਲ ਕਰਨ ਦਾ ਤਰੀਕਾ ਹੈ। ਰਾਜਨ ਤੁਸੀਂ ਬਹੁਤ ਚੰਗੇ ਹੋ ਜਿਨ੍ਹਾਂ ਇੰਨੀ ਸੋਹਣੀ ਗੱਲ ਕੀਤੀ, ਪਰ ਇੱਕ ਗੱਲ ਯਾਦ ਰੱਖਿਓ, ਤੂੰ
ਤੁਸੀਂ ਇਹ ਕੁਤਰਕ ਕੀਤੀ ਹੈ। ਇੱਕ ਹੁੰਦੀ ਤਰਕ, ਇੱਕ ਹੁੰਦੀ ਕੁਤਰਕ। ਕੁਤਰਕ ਮਤਲਬ ਕੀ ਹੈ ਵੀ ਇਹੋ ਜੀ ਬੇਹੁਜਤੀ ਜੀ ਗੱਲ ਜਿਹਦਾ ਕੋਈ ਮਤਲਬ ਹੀ ਨਹੀਂ, ਜਿਹਦੇ ਬਾਰੇ ਤੁਹਾਨੂੰ ਪਤਾ ਨਹੀਂ। ਮੈਂ ਉਹ ਸਵਾਲ ਤੁਹਾਨੂੰ ਕਰਾਂ ਜਿਹਦਾ ਮੈਨੂੰ ਜਵਾਬ ਹੀ ਨਾ ਹੋਵੇ। ਬੜੇ ਲੋਕ ਹੁੰਦੇ ਆ ਬੁਝਾਰਤ ਪਾਉਣਗੇ, ਅੱਧਾ ਘੰਟਾ ਖੱਜਲ ਕਰੀ ਰੱਖਣਗੇ। ਅਗਲਾ ਕਹਿੰਦਾ ਤੂੰ ਦੱਸ ਦੇ, ਕਹਿੰਦਾ ਮੈਨੂੰ ਤੇ ਆਪ ਨਹੀਂ ਸੀ ਪਤਾ। ਉਹਨੂੰ ਕਹਿੰਦੇ ਕੁਤਰਕ, ਵੀ ਤੈਨੂੰ ਆਪ ਪਤਾ ਨਹੀਂ ਤੇ ਦੂਜੇ ਨੂੰ ਪਤਾ ਦੇਣ ਦੋ ਪਏ। ਫਿਰ ਉਸ ਵੇਲੇ ਬੜੇ ਪਿਆਰ ਚ ਆਖਣ ਲੱਗੇ ਮਾਨਸੂ, ਕਹਿੰਦੇ ਰਾਜਾ ਤੁਸੀਂ ਇਹ ਕੁਤਰਕ ਕੀਤੀ ਹੈ, ਮੈਨੂੰ ਇੱਕ ਬੰਦਾ ਸਾਬਤ ਕਰ ਦਿਓ ਮੈਂ ਕਿਸੇ ਧਰਮ ਦੀ ਨਿੰਦਿਆ ਕੀਤੀ ਹੋਵੇ। ਮੈਂ ਕਹਾਂ ਵੀ ਮੰਦਰ ਨਹੀਂ ਜਾਣਾ ਚਾਹੀਦਾ, ਪੂਜਾ ਨਹੀਂ ਕਰਨੀ ਚਾਹੀਦੀ, ਸਾਲਗਰਾਮ ਨੂੰ ਮੱਥਾ ਨਾ ਟੇਕੋ, ਮੈਂ ਕਿਸੇ ਨੂੰ ਕਿਹਾ ਨਹੀਂ। ਰਾਜਾ ਕਹਿੰਦਾ ਤੇਰੀ ਸ਼ਿਕਾਇਤ ਆਈ ਹੈ, ਲੋਕੀ ਕਹਿੰਦੇ ਤੂੰ ਸਾਡੇ ਧਰਮ ਦੇ ਖਿਲਾਫ ਤੇ ਕਰਦਾ ਹੈ, ਸਾਡੇ ਧਰਮ ਲਈ ਕੂੜ ਪ੍ਰਚਾਰ ਕਰਦਾ ਏ। ਜਗਤ ਤਰੋਵਰ ਕੀ ਸਮਝਨ ਹੋ, ਤੇ ਕੇ ਸਿਖਰ ਮੁਕਤ ਫਲ ਮਨ ਹੋ। ਜਦੋਂ ਹੁਣ ਰਾਜੇ ਨੇ ਪੁੱਛਿਆ, ਉਹਨੇ ਸਵਾਲ ਕੀਤਾ ਵੀ ਤੂੰ ਦੱਸ ਤੇਰੀ ਪ੍ਰੋਬਲਮ ਕੀ ਹੈ। ਮੰਨ ਲਓ ਕੋਈ ਬੰਦਾ ਹੈ, ਉਹ ਕਹਿੰਦਾ ਜੀ ਮੈਂ ਗੁਰਦੁਆਰੇ ਮੱਥਾ ਨਹੀਂ ਟੇਕਦਾ, ਚਲੋ ਠੀਕ ਹੈ, ਉਹਦੇ ਪਿੱਛੇ ਥੋੜਾ ਲੜਨਾ, ਤੂੰ ਕਿਉਂ ਨਹੀਂ ਟੇਕਦਾ। ਉਹਨੂੰ ਇਹ ਪੁੱਛੋ ਵੀ ਮੱਥਾ ਨਾ ਟੇਕਣ ਦਾ ਕਾਰਨ ਕੀ ਹੈ। ਇਹ ਨਾ ਲੜੋ ਵੀ ਤੂੰ ਗੁਰਦੁਆਰੇ ਨਹੀਂ ਜਾਂਦਾ, ਲੜਦੇ ਆ ਲੋਕੀ ਬੱਚਿਆਂ ਨਾਲ। ਤੂੰ ਸਵੇਰੇ ਨਹੀਂ ਉੱਠਦਾ, ਕਾਰਨ ਪੁੱਛੋ ਕਿੰਨਾ ਕੀ ਹੈ। ਕੀ ਹੋ ਸਕਦਾ ਹੈ ਕਿਸੇ ਨੇ ਉਹਦੀ ਬੇਇੱਜ਼ਤੀ ਕੀਤੀ ਹੋਵੇ ਉਸ ਥਾਂ ਤੇ, ਕਿਸੇ ਨੇ ਮਾੜਾ ਚੰਗਾ ਬੋਲਿਆ ਹੋਵੇ, ਉਹਨੇ ਕੁਛ ਐਸਾ ਵੇਖਿਆ ਹੋਵੇ, ਉਹਦਾ ਚੇਤਨਾ ਕਰਦਾ ਹੋਵੇ, ਤੇ ਜਦੋਂ ਤੁਸੀਂ ਉਹਦੀ ਰਗ ਫੜੋਗੇ, ਉਹ ਗੱਲ ਫੜੋਗੇ, ਉਹ ਤੁਹਾਡੇ ਸਾਹਮਣੇ ਦੱਸੇਗਾ ਕਿ ਮੈਂ ਇਸ ਕਰਕੇ ਸੇਵਾ ਛੱਡੀ, ਮੈਂ ਇਸ ਕਰਕੇ ਗੁਰਦੁਆਰਾ ਛੱਡਿਆ, ਮੈਂ ਇਸ ਕਰਕੇ ਮੰਦਰ ਛੱਡਿਆ, ਇਸ ਕਰਕੇ ਮਸਜਿਦ ਛੱਡੀ, ਮੈਂ ਤਾਂ ਨਹੀਂ ਜਾਂਦਾ। ਉਹਨੂੰ ਸਮਝਾਓ ਭਾਈ ਤੂੰ ਲੋਕਾਂ ਨਾਲ ਨਹੀਂ ਜੁੜਨਾ, ਤੂੰ ਜੁੜਨਾ ਰੱਬ ਨਾਲ, ਅੱਲਾ ਨਾਲ, ਰਾਮ ਨਾਲ, ਖੁਦਾ ਨਾਲ। ਗੱਲ ਸੁਣ ਲੈ। ਕਹਿੰਦਾ ਰਾਜਨ ਮਾਨਸ ਪੁੱਛਿਆ, ਇਹ ਜਿਹੜੀ ਦੁਨੀਆ ਨਾ ਇਹ ਇੱਕ ਬ੍ਰਿਸ਼ ਹੈ, ਇੱਕ ਰੁੱਖ ਹੈ। ਕਿਉਂਕਿ ਹਰ ਅਦਾਲਤ ਦੇ ਵਿੱਚ ਭਾਵੇਂ ਕੋਈ ਕ੍ਰਿਮੀਨਲ ਬੰਦਾ ਹੈ, ਕ੍ਰਾਈਮ ਕੀਤਾ ਹੈ, ਉਹਨੂੰ ਵੀ ਆਪਣਾ ਪੱਖ ਤੇ ਆਪਣਾ ਵਕੀਲ ਕਰਨ ਦਾ ਹੱਕ ਹੁੰਦਾ ਹੈ। ਮਾਨਸਿਕ ਸ਼ਾਹੂਕਾਰਿਓ ਤੇ ਬਲੇਮ ਕੀਤਾ ਗਿਆ ਹੈ, ਦਾਗ ਲਾਇਆ ਗਿਆ ਹੈ, ਸ਼ਿਕਾਇਤਾਂ ਆਈਆਂ ਉਹਦੀਆਂ ਵੀ ਇਹ ਬੰਦਾ ਸਾਡੇ ਧਰਮ 'ਚ ਖਲਲ ਪਾਉਂਦਾ ਹੈ। ਉਹ ਕਹਿੰਦਾ ਕਾਰਨ ਦੱਸ। ਰਾਜਾ ਸ਼ਿਵ ਨਾਲ ਕਹਿੰਦਾ, ਉਹ ਕਹਿੰਦਾ ਜੀ ਦੁਨੀਆ ਸਾਰੀ ਇੱਕ ਰੁੱਖ ਹੈ, ਇਸ ਰੁੱਖ ਉੱਤੇ ਕਈ ਪ੍ਰਕਾਰ ਦੇ ਮਿੱਠੇ ਫਲ ਲੱਗੇ ਨੇ। ਤਾਂ ਕੋ ਲੀਨ ਹਿਤ ਦਵੇ ਪੰਥਾ, ਸਰਬ ਸੰਤ ਭਾਖਤ ਪੁਨ ਗ੍ਰੰਥਾ। ਇੱਥੇ ਗੱਲ ਉਹ ਕਰਨੀ ਪੈਣੀ ਹੈ ਜਿਹੜੀ ਕਾਗਜ਼ੀ ਪੱਤਰੀ ਸਹੀ ਹੋਵੇ, ਪਰ ਕੋਈ ਜੋ ਮਰਜ਼ੀ ਕਹੀ ਜਾਓ, ਉਹ ਬਿਆਨ ਥੋੜਾ ਮੰਨੇ ਜਾਂਦੇ। ਜੋ ਲਿਖਾਇਆ ਜਾਊਗਾ ਅੱਜ ਵੀ ਅਦਾਲਤਾਂ 'ਚ, ਥਾਣੇ ਕਚਹਿਰੀ 'ਚ ਉਹੀ ਬਿਆਨ ਚੱਲਦੇ ਆ। ਉਹ ਚੀਜ਼ ਹੋਣੀ ਚਾਹੀਦੀ ਸੋਲਿਡ ਪ੍ਰੂਫ। ਮਾਨਸਿਕ ਸ਼ਾਹੂਕਾਰ ਪੜ੍ਹਿਆ ਲਿਖਿਆ ਸੀ, ਉਹ ਧਰਮ ਬਾਰੇ ਨੌਲੇਜ ਰੱਖਦਾ ਸੀ। ਕਹਿੰਦਾ ਵੇਖੋ ਜੀ ਜਿਹਨੇ ਨਿਗਮਾਗਮ ਵੇਦ ਕਤੇਬ ਨੇ, ਉਹਨਾਂ ਦੇ ਵਿੱਚ ਵੀ ਇਹ ਜ਼ਿਕਰ ਕੀਤਾ ਹੋਇਆ। ਮੈਂ ਤੁਹਾਡੇ ਧਰਮ 'ਚੋਂ ਗੱਲ ਕਰਦਾ, ਮੈਂ ਆਪਣੀ ਗੱਲ ਬਾਅਦ 'ਚ ਕਰੂੰ। ਪਹਿਲਾਂ ਤੁਹਾਡੇ ਧਰਮ ਦੇ ਮੁਤਾਬਕ ਤੁਹਾਨੂੰ ਦੱਸਣ ਲੱਗਾ ਵੀ ਮੈਂ ਪੂਜਾ ਅਰਚਨਾ ਬੰਦਨਾ ਡੰਡਾਉਤ ਕਿਉਂ ਨਹੀਂ ਕਰਦਾ। ਰਾਜੇ ਦਾ ਬੜਾ ਇੰਟਰਸਟ ਹੋ ਗਿਆ ਸੁਣਨ ਦੇ ਵਾਸਤੇ, ਬੰਦਾ ਵਿਦਵਾਨ ਲੱਗਦਾ ਹੈ, ਕੋਈ ਚੰਗੀ ਸਮਝ ਰੱਖਦਾ ਹੈ, ਕੋਈ ਕਾਰਨ ਹੋਊਗਾ। ਦੇਖੋ ਸਮਝਦਾਰ ਬੰਦਾ ਕੋਈ ਧਰਮ ਦਾ ਕਰਮ ਛੱਡਦਾ ਹੈ, ਮੈਨੂੰ ਲੱਗਿਆ ਵੀ ਪਖੰਡਾ ਯਾਰ ਆ ਚੀਜ਼ ਕੁਛ ਜਾਣਾ ਹੈ। ਇੱਕ ਮੂਰਖ ਮੇਰੇ ਵਰਗਾ ਭੇਡ ਬਣ ਕੇ ਕਿਸੇ ਪਿੱਛੇ ਲੱਗਿਆ ਵੀ ਉਹ ਮੱਥਾ ਟੇਕਣ ਨਹੀਂ ਜਾਂਦਾ, ਮੈਂ ਨਹੀਂ ਜਾਂਦਾ। ਉਹਨੇ ਯਾਤਰਾ ਛੱਡਤੀ, ਮੈਂ ਛੱਡਤੀ। ਉਹਨੇ ਜਪਜੀ ਦਾ ਜਪ ਛੱਡਤਾ, ਮੈਂ ਛੱਡਤਾ। ਇਹ ਲੇਖੂ ਵੀ ਹੈ ਨਾ, ਕਾਰਨ ਦੱਸੋ। ਹੁਣ ਉਹ ਕਾਰਨ ਆਪਣਾ ਦੱਸਦੇ ਆ, ਕਹਿੰਦੇ ਧਾਰਮਿਕ ਗ੍ਰੰਥਾਂ ਦੇ ਮੁਤਾਬਕ ਦੁਨੀਆ ਇੱਕ ਬ੍ਰਿਸ਼ ਹੈ, ਇੱਕ ਬਹਿੰਗ ਇੱਕ ਕੀਟੀ ਰੀਤਾ, ਚਲ ਹੈ ਨਿਰੰਤਰ ਪਾਏ ਸਪ੍ਰੀਤਾ। ਦੁਨੀਆ ਦੇ ਵਿੱਚ ਦੋ ਰਸਤੇ ਨੇ ਰੁੱਖ ਤੇ ਜਾਣ ਦੇ। ਧਾਰਮਿਕ ਸ਼ਾਸਤਰਾਂ ਦੇ ਮੁਤਾਬਕ ਕਹਿੰਦੇ ਇੱਕ ਹੈ ਪੰਛੀ ਦੀ ਉਡਾਰੀ, ਤੋਤਾ ਆਇਆ ਉੱਡਿਆ ਫਲ ਚੱਖਿਆ, ਇੱਕ ਕੀੜੀ ਹੈ ਵਿਚਾਰੀ, ਉਹ ਪਹਿਲਾਂ ਜੜਾਂ ਵਾਲੇ ਪਾਸੇ ਤੋਂ ਚੜ੍ਹਨ ਲੱਗੀ, ਕਦੇ ਭੁੱਲ ਕੇ ਇੱਧਰ ਨੂੰ ਚਲੇ ਗਈ, ਫਿਰ ਸੱਚੀ ਟਾਹਣ ਤੇ ਆ ਗਈ, ਖੱਬੀ ਤੇ ਕਿੰਨਾ ਸਮਾਂ ਆਇਆ। ਭਾਵ ਇੱਕ ਕੀੜੀ ਦਾ ਰਸਤਾ, ਇੱਕ ਪੰਛੀ ਦਾ ਰਸਤਾ। ਮਾਨਸਿਕ ਸ਼ਾਹੂਕਾਰ ਕਹਿੰਦੇ ਜੀ ਦੋਈ ਦੇ ਰਾਹ ਨੇ। ਤੁਹਾਡੇ ਵੇਦ ਗ੍ਰੰਥ ਇਹ ਕੂਕ ਕੂਕ ਕੇ ਆਖਦੇ ਨੇ, ਜਿਨ ਕੋ ਸਤਿਗੁਰ ਮਿਲੇ ਕਿਰਪਾਲਾ, ਤੇ ਖਗ ਜਿਉ ਪਹੁੰਚੇ ਤਤਕਾਲਾ। ਜਿਨ੍ਹਾਂ ਨੂੰ ਸਤਿਗੁਰ ਪੂਰਾ ਮਿਲ ਜੇ, ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਹ ਤੇ ਪੰਛੀ ਬਣ ਕੇ ਉਡਾਰੀ ਮਾਰ ਇਸ ਮੁਕਤੀ ਦਾ ਫਲ ਖਾ ਲੈਂਦੇ ਆ। ਤੇ ਜਿਹਨੂੰ ਗੁਰੂ ਪੂਰਾ ਨਾ ਮਿਲੇ, ਉਹ ਵਿਚਾਰਾ ਚੌਂਕਾਂ ਦੇ ਘੁੰਮਦਾ ਰਹਿੰਦਾ, ਕਦੇ ਕੀੜੀ ਵਾਂਗੂ ਇੱਧਰ ਚਲ ਗਿਆ, ਕਦੇ ਉੱਧਰ ਚਲ ਗਿਆ, ਰਾਹ ਹੀ ਨਹੀਂ ਲੱਭਦਾ, ਉੱਥੇ ਪਹੁੰਚਦਾ ਨਹੀਂ। ਰਾਜੇ ਨੇ ਸੁਣਿਆ, ਇਹ ਦੁਬਾਰਾ ਦੱਸ। ਗੱਲ ਕਹਿ ਰਹੀ ਸੀ
स्रोत गहरी होनी चाहिए है। राजा क्यों दिलचस्पी रखते? वो सचमुच धर्मी है और उसे दे धर्म जो सुना रहे हैं। विद्वान नूं कहते आ जो जेड़ा धर्म का बंदा बैठा ओहदे धर्म की गल सुना के कंपेल करे, वेख भाई सच्चे है ते झूठे है। हुण इत्थे बैठा मुसलमान हो गए, मैं कहा महाराजा ऐ कहते महाराजा, वो कहता यार तेरे महाराज कहते साडे वाला अल्लाह तो कहना नहीं कुछ, ओहदे बारे दस। ਉਹਨੂੰ ਦੱਸਣਾ ਪੈਣਾ तेरे कुरान मजीद ਵਿੱਚ ਇੱਥੇ ਆ ਲਿਖਿਆ ਹੋਇਆ ਹੈ। ਜੇ ਕੋਈ ਕ੍ਰਿਸਚਨ ਬੈਠਾ ਨੂੰ ਦੱਸਣਾ ਪੈਣਾ तेरी ਬਾਈਬਲ ਦੇ ਵਿੱਚ ਕੀ ਲਿਖਿਆ ਹੋਇਆ, ਧਰਮ ਦੇ ਪਰਥਾਏ, ਰੱਬ ਦੇ ਪਰਥਾਏ, ਕਰਮ ਦੇ ਪਰਥਾਏ। ਕੋਈ ਹਿੰਦੂ ਵੀਰ ਆਏ ਉਹਨੂੰ ਰਮਾਇਣ ਚੋਂ, ਵੇਦਾਂ ਚੋਂ, ਗ੍ਰੰਥਾਂ ਚੋਂ ਦੱਸਣਾ ਪੈਣਾ, ਭਵਿੱਖ ਪੁਰਾਣ ਸੁਣਾਉਣਾ ਪੈਣਾ, ਸ਼ਿਵ ਪੁਰਾਣ ਚੋਂ ਦੱਸਣਾ ਪੈਣਾ ਵੀ ਤੇਰੀਆਂ ਮਨੌਤਾਂ ਇਹ ਨੇ ਭਾਈ, ਇਹ ਤੋਂ ਬਾਅਦ ਸਾਡੀਆਂ ਨਹੀਂ ਨੇ। ਹੁਣ ਜਦੋਂ ਇਹ ਗੱਲ ਦੱਸਣ ਲੱਗੇ ਕਿਹੜੇ ਪੁਰਾਣ 'ਚ ਲਿਖੀ ਹੋਈ ਹੈ, ਕਿਹੜੀ ਗੱਲ ਸੁਣਾਉਣ ਲੱਗਾ ਮਨਸੂਖ ਸ਼ਬਦ ਇਹ ਲਿਖੀ ਹੈ ਗਰੁੜ ਪੁਰਾਣ ਵਿੱਚ। ਕੀੜੀ ਮਾਰਗ ਤੇ ਪੰਛੀ ਮਾਰਗ ਕਹਿੰਦੇ ਜਿਹਦੇ ਕੋਲ ਪੂਰਾ ਸਤਿਗੁਰੂ ਹੋਵੇ ਉਹ ਬੇਹੰਗਮ ਨਾਮ ਹੁੰਦਾ ਪੰਛੀ ਦਾ। ਤੁਸੀਂ ਵੇਖਿਆ ਹੋਣਾ ਕਈ ਵਾਰ ਨਾ ਮਹਾਂਪੁਰਖਾਂ ਦੇ ਸਥਾਨਾਂ ਤੇ ਡੇਰਿਆਂ 'ਚ ਕਈ ਸਿੰਘ ਹੁੰਦੇ ਜਿਹੜੇ ਵਿਆਹ ਨਹੀਂ ਕਰਾਉਂਦੇ, ਉਹਨੂੰ ਕੀ ਕਹਿੰਦੇ ਆ? ਕਹਿੰਦੇ ਬੇਹੰਗਮ ਸਿੰਘ ਹੈ ਜੀ। ਬੜਿਆਂ ਦੇ ਮਨ 'ਚ ਹੋਣਾ ਬੇਹੰਗਮ ਕੀ ਹੁੰਦਾ ਹੈ? ਬੇਹੰਗਮ ਕਹਿੰਦੇ ਪੰਛੀ ਨੂੰ। ਜਿਵੇਂ ਪੰਛੀ ਦਾ ਅੱਗਾ ਪਿੱਛਾ ਵੀ ਜਿੱਥੇ ਉਡਾਰੀ ਮਾਰੀ ਉਹੀ ਦੇਸ਼ ਆਪਣਾ, ਉਹੀ ਆਂਗਣਾ ਆਪਣਾ। ਤੇ ਹੁਣ ਜਿਹੜਾ ਵਿਆਹਿਆ ਨਹੀਂ ਹੋਇਆ ਮੇਰੇ ਵਾਂਗੂ, ਉਹ ਜਿੱਥੇ ਮਰਜ਼ੀ ਬੈਠੀ ਉਹੀ ਗੁਰਦੁਆਰਾ ਆਪਣਾ, ਸਤਨਾਮ ਆਪਣਾ ਹੀ ਹੈ। ਤੇ ਹੁਣ ਜਿਹੜਾ ਵਿਆਹਿਆ ਹੋਊਗਾ ਜਿਹਦੀ ਘਰ ਵਾਲੀ ਨਾਲ ਆ, ਬੱਚੇ ਨਾਲ ਨੇ, ਉਹ ਕਹਿੰਦਾ ਯਾਰ ਮੈਂ ਬਦਲੀ ਵੀ ਨਹੀਂ ਕਰਾ ਸਕਦਾ, ਬੱਚੇ ਪੜ੍ਹਦੇ ਆ ਸਕੂਲ 'ਚ, ਐਡਮਿਸ਼ਨ ਲਈ ਹੋਈ ਆ ਉੱਥੇ, ਛੁੱਟੀ ਹੋ ਵੇਖਾਂਗੇ। ਭਾਵ ਬੇਹੰਗਮ ਜਿਹਦਾ ਅੱਗਾ ਪਿੱਛਾ ਕੋਈ ਨਹੀਂ। ਪੰਛੀਆਂ ਦਾ ਅੱਗਾ ਪਿੱਛਾ ਕੀ ਆ? ਉਹ ਬੱਚਿਆਂ ਨੂੰ ਪਾਲ ਕੇ ਚੋਗਾ ਦੇ ਕੇ ਛੱਡ ਜਾਂਦੇ, ਕਹਿੰਦੇ ਜਾਓ ਮੌਜਾਂ ਕਰੋ ਗੋਲਿਆਂ ਵਾਂਗ। ਤੇ ਜਿਹੜੇ ਗ੍ਰਸਤੀ ਹੁੰਦੇ ਆ ਉਹ ਕੁੱਟ ਖਾ ਕੇ ਵੀ, ਮਿਹਨਤਾਂ ਤਰਲੇ ਕਰਕੇ ਵੀ, ਬੇਇੱਜ਼ਤੀ ਕਰਾ ਕੇ ਵੀ, ਜਦੋਂ ਪੁੱਤ ਨੂੰ ਲਿਖਣਾ ਨਾ ਅਖਬਾਰ 'ਚ ਵੀ ਇਹ ਸਾਡੀ ਚੱਲ ਅਚਲ ਜਾਇਦਾਦ ਤੋਂ ਦੂਰ ਹੈ, ਉਦੋਂ ਵੀ ਕਹਿੰਦੇ ਆ ਮੇਰਾ ਪੁੱਤ ਸੀ ਜੀ ਮੈਂ ਛੱਡਤਾ, ਮੇਰਾ ਹਜੇ ਵੀ ਹੈ ਅੰਦਰ, ਭਾਵੇਂ ਛੱਡਤਾ ਉਹ ਨਹੀਂ ਛੱਡਿਆ। ਉਸ ਵੇਲੇ ਆਖਣ ਲੱਗਿਆ ਜੀ ਇਹ ਜਿਹੜਾ ਪੰਛੀ ਮਾਰ ਗਿਆ ਮੈਨੂੰ ਮੇਰੇ ਸਤਿਗੁਰ ਨੇ ਦੱਸਿਆ ਏ। ਮਿਲੇ ਨ ਸਤਿਗੁਰ ਜਿਨ ਕੋ ਪੂਰੇ, ਤਿਨ ਕੋ ਫਲ ਲੈਨੋ ਅਤ ਦੂਰੇ। ਜਿਨ੍ਹਾਂ ਨੂੰ ਸਤਿਗੁਰ ਪਿਆਰਾ ਨਹੀਂ ਮਿਲਿਆ ਨਾ ਉਹਨਾਂ ਨੂੰ ਫਲ ਨਹੀਂ ਮਿਲਦਾ, ਉਹਨਾਂ ਲਈ ਦੂਰ ਹੈ। ਹੁਣ ਕੀੜੀ ਵਿਚਾਰੀ ਕਿੰਨਾ ਸਫ਼ਰ ਤੈਅ ਕਰਦੀ ਹੈ, ਫਿਰ ਵੀ ਕੁਝ ਮਿਲੇ ਨਾ ਮਿਲੇ, ਹੋ ਸਕਦਾ ਫਲ ਕਿਉਂ ਨਹੀਂ ਮਿਲੇ। ਜਿਨ ਕੋ ਸਤਿਗੁਰ ਭੇਟੀ ਹੈ ਵਿੱਚੇ ਹੋਵੇ ਮੁਕਤ। ਕਹਿੰਦੇ ਜਿਨ੍ਹਾਂ ਨੂੰ ਗੁਰੂ ਮਿਲ ਗਿਆ ਉਹ ਵਿੱਚੇ ਮੁਕਤ ਹੋ ਜਾਂਦੇ, ਪਰਿਵਾਰ 'ਚ ਰਹਿੰਦੇ ਆ, ਕਿਉਂਕਿ ਉਹ ਫਲਾਈਟ ਹੈ, ਫਲਾਈ ਕਰਦੇ ਆ, ਉੜਦੇ ਆ। ਗੁਰੂ ਦਾ ਸਿੱਖ ਉਡਾਰੀ ਮਾਰਦਾ, ਸੁਰਤ ਦੀ ਉਡਾਰੀ। ਆਪਾਂ ਜੋ ਕਥਾ ਸੁਣਦੇ ਆ ਕਿ ਸਾਡੀ ਸੁਰਤ ਜਿੱਥੇ ਮਰਜ਼ ਬੈਠੀ ਉੱਥੇ ਨਹੀਂ ਜਾਂਦੀ, ਫਲਾਈ ਕਰਦੇ ਆ ਆਪਾਂ। ਹਾਂ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਉਹ ਕਰਦੇ, ਕਈ ਦੇ ਵਿਚਾਰੇ ਘੜੀ ਘੜੀ ਦੇਖੀ ਜਾਂਦੇ ਆ, ਮੇਰੇ ਵਾਂਗੂ ਇੱਧਰ ਵੇਖ ਲਿਆ ਕਿੰਨਾ ਟਾਈਮ ਹੋ ਗਿਆ, ਕੀ ਕਰਦੇ ਨਹੀਂ ਪਹੁੰਚੀ। ਅਸੀਂ ਕੀੜੀਆਂ ਹਾਂ। ਜਦੋਂ ਕਹਿੰਦੇ ਬਚਨ ਆਖਿਆ ਨਾ, ਰਾਜੇ ਦੇ ਮਨ 'ਚ ਆਇਆ ਵੀ ਬੰਦੇ ਕੋਲ ਸੱਚੀ ਕੋਈ ਗੁਣ ਹੈ, ਕੋਈ ਇਹਨੂੰ ਪੂਰਾ ਫਕੀਰ ਮਿਲਿਆ ਲੱਗਦਾ। ਉਹ ਜਿਹੜੇ ਉਹ ਪੰਡਤ ਬੈਠੇ ਸੀ ਉਹ ਰਾਜੇ ਸਾਹਮਣੇ ਕੁਝ ਨਹੀਂ ਬੋਲ ਸਕਦੇ, ਕਿਉਂਕਿ ਰਾਜਾ ਉਹਦੀ ਪਾਵਰ ਬਹੁਤ ਵੱਡੀ ਹੈ। ਉਹਨਾਂ ਨੇ ਜੋ ਕਹਿਣਾ ਸੀ ਕਹਿ ਲਿਆ। ਹੁਣ ਇੱਥੇ ਮਨਸੁਖ ਸ਼ਾਹੂਕਾਰ ਕਹਿੰਦਾ ਕਿ ਪੂਰਾ ਸਤਿਗੁਰ ਮਿਲ ਜੇ ਤੇ ਪੰਛੀ ਦਾ ਰਾਹ ਮਿਲਦਾ ਹੈ, ਨਾ ਮਿਲੇ ਕੀੜੀ ਦਾ ਕਿਹੜਾ ਹੈ? ਯੋਗੀ ਬਣ ਗਿਆ, ਵਰਤ ਰੱਖ ਲੇ, ਤਪ ਕਰ ਲੇ, ਮਿਲਦਾ ਇਹਨਾਂ ਨਾਲ। ਕਦੇ ਮਹਾਰਾਜ ਦੇ ਵਚਨ ਪੜ੍ਹ ਕੇ ਵੇਖੋ, ਗੁਰੂ ਸਾਹਿਬ ਨੇ ਬੜਾ ਕੁਝ ਲਿਖਿਆ ਹੋਇਆ ਹੈ। ਕਹਿੰਦੇ ਤੈਨੂੰ ਕਰਮ ਕਾਂਡਾਂ 'ਚ ਪਰਮਾਤਮਾ ਨਹੀਂ ਮਿਲਣਾ, ਜਦ ਵੀ ਮਿਲਣਾ ਸਿੱਧਿਆਂ ਹੋ ਕੇ ਮਿਲਣਾ ਹੈ, ਸੱਚਿਆਂ ਹੋ ਕੇ ਮਿਲਣਾ ਹੈ। ਰਾਜਾ ਕਹਿੰਦਾ ਅੱਛਾ ਤੂੰ ਕਿਹੜੇ ਧਰਮ ਚੋਂ ਆ? ਕਹਿੰਦਾ ਜੀ ਮੇਰਾ ਧਰਮ ਹੈ ਬਿਹੰਗਮ, ਮੈਂ ਪੰਛੀ ਮਾਰਗ ਨਾਲ ਚੱਲਦਾ ਹਾਂ। ਜਿਨ ਕੀ ਗਤ ਕੀਟੀ ਕੀ ਨਿਆਈ, ਦੁਸ਼ਟਰ ਪਹੁੰਚਨ ਹੈ ਤੇ ਥਾਈ। ਜਿਹੜੀਆਂ ਕੀੜੀਆਂ ਨੇ ਜੀ ਉਹ ਪੰਛੀਆਂ ਨਾਲ ਈਰਖਾ ਕਰੀ ਜਾਣ ਵੀ ਆਹ ਦੇਖਾਇਆ ਲੈ ਗਿਆ, ਫਲ ਖਾ ਗਿਆ, ਅਸੀਂ ਤੇ ਕੱਲ ਨੂੰ ਪਹੁੰਚਣ। ਹੁਣ ਪੰਛੀ ਨੂੰ ਕੀ ਫਰਕ ਪੈਂਦਾ ਜੀ ਕਿ ਨਾ ਕੀੜੀ ਬਹਿਸ ਕਰਦੀ ਹੈ, ਹਾਥੀ ਚੱਲੇ ਕੁੱਤੇ ਭੌਂਕਣ, ਫਰਕ ਪੈਂਦਾ ਕੋਈ ਨਹੀਂ। ਉਹ ਕਹਿੰਦਾ ਯਾਰ ਇਹ ਮੇਰੇ ਮੁਤਾਬਕ ਹੀ ਨਹੀਂ, ਇਹਨਾਂ ਨਾਲ ਮੈਂ ਬਹਿਸ ਕਰਾਂ, ਮੈਂ ਹਾਥੀ ਹਾਂ। ਤੇ ਇੱਥੇ ਮੇਰੇ ਵਰਗੇ ਨੂੰ ਕੋਈ ਤੈਨੂੰ ਫਲਾਣਾ ਕਹਿੰਦਾ ਲੈ ਪਹਿਲਾਂ ਮੈਂ ਇਹਦੇ ਨਾਲ ਹੀ ਗੱਲ ਕਰਦਾ, ਬਾਕੀ ਵੇਖਾਂਗੇ ਕੀ ਹੈ। ਅਸੀਂ ਐਡੀ ਛੋਟੀ ਸੋਚ ਵਾਲੇ, ਸਾਡੀ ਸੋਚ ਹੈ ਕੀੜੀ ਵਾਲੀ ਤੇ ਗੁਰੂ ਕੇ ਸਿੱਖਾਂ ਦੀ ਸੋਚ ਹੈ ਪੰਛੀ ਵਾਲੀ। ਹੁਣ ਕੀੜੀਆਂ ਲੱਖ ਗਾਲਾਂ ਕੱਢੀ ਜਾਣ, ਵੇਲ ਲੁੱਟਦੀ ਜਾਂਦੀ, ਬਾਜ ਉੜਦਾ ਜਾਂਦਾ, ਬਾਜ ਵੇਖਦਾ ਕਿਸੇ ਕੋਈ, ਉਹ ਕਹਿੰਦਾ ਨਹੀਂ ਸਾਡਾ ਕੰਮ ਨਹੀਂ ਹੈ, ਸਾਡਾ ਕੰਮ ਉੱਡਣਾ ਹੈ, ਆਨੰਦ ਲੈਣਾ ਹੈ। ਜਦੋਂ ਇਹ ਗੱਲ ਕਈ ਕੋਲ ਬੈਠੇ ਲੋਕਾਂ ਨੂੰ ਚੁੱਭ ਗਈ, ਸ਼ਿਕਾਇਤੀਆਂ ਨੂੰ ਵੀ ਸਾਨੂੰ ਕੀੜੀ ਦੱਸਦਾ, ਉਹ ਲੜ ਪੈਂਦੇ ਨਾ ਗੱਲਾਂ ਪਿੱਛੇ ਵੀ ਮੈਨੂੰ ਕੀੜੀ ਗਿਆ, ਤੂੰ ਪੰਛੀ ਹੈ। ਪਰ ਮਨਸੁਖ ਸ਼ਾਹੂਕਾਰ ਨੇ ਕਿਸੇ ਦੀ ਗੱਲ ਲਾ ਕੇ ਨਹੀਂ ਕਹੀ। ਉਹ ਕਹਿੰਦਾ ਰਾਜਨ
दो तरह के रस्ते ने। हुण कीड़ी ने अपने राह चलना है, वो अपनी किस्मत नूं दोष देवे, मैं कीड़ी क्यों हाँ, मैं तेज क्यों नहीं चलती। ते पंछी ने की दोष देना, वो कहता मैनूं रब ने खंभ दित्ते, मैं उड़ारी जिधर मर्जी दी भरां, जिथे मेरा जी करदा मैं उड़ के जावां। कहते जी बस धर्म कोई माड़ा नहीं है, धर्म दे विच कुछ गल्लां ऐसियां ने जिन्हां करके रब मिलदा ही नहीं। तुम एकादशी व्रत रखंते, दिन 15 में संयम करंते। राजे ने सुन के चंगा लगा गल्लां शिवनाथ नूं, क्योंकि धर्म की गल चलदी है, डूंगी नॉलेज की गल चलदी है। कहता अच्छा इहनूं खोल के दस। कहता जी वेखो तुसीं एकादशी मनाउंदे हो? राजा कहता हाँ। एकादशी नूं की हुंदा है? राजा कहता असीं वर्त रखदे हां, साडा देश रखदा सारा। किहने कहा? साडे धार्मिक आगूआं ने कहा, मतलब पंडित लोग, सरकार गुरु पंडित जी उन्होंने कहा है भी एकादशी नूं राजन वर्त रखिया करो, भुखे रहोगे रोग नहीं लगदे, मतलब रब मिल जाता है, राम मिल जाता है। पर इत्थे मन शिक्षा उतार के ये गलत है, साडे लिए गलत है। पंछी भुखा क्यों रहे? ਜਿਹਦੇ ਕੋਲ ਉੱਡਣ ਲਈ ਉਡਾਨ ਭਰਨ ਲਈ ਸਮਾਂ, ਉਹ ਕਿਉਂ ਭੁੱਖਾ ਰਹੇ? ਕੀੜੀ ਸੋਚ ਸਕਦੀ ਹੈ ਵੀ ਅੱਜ ਮੀਂਹ ਪੈਂਦਾ, ਬਾਰਿਸ਼ ਹੈ, ਧਰਤੀ ਪਾਣੀ ਨਾਲ ਭਰੀ, ਮੈਂ ਨਹੀਂ ਜਾ ਸਕਦੀ, ਬੇਵਸੀ ਹੈ। ਮਾਨਸਿਕ ਸ਼ਾਹੂਕਾਰ ਆਖਣ ਲੱਗੇ ਰਾਜਨ, ਉਸ ਪਰਮਾਤਮਾ ਸੱਚੇ ਪਾਤਸ਼ਾਹ ਨੇ ਮੈਨੂੰ ਮੱਤ ਬਖਸ਼ੀ, ਮੈਨੂੰ ਗਿਆਨ ਬਖਸ਼ਿਆ, ਮੈਨੂੰ ਸਮਝ ਆਈ ਹੈ ਵੀ ਇਹ ਵਰਤ ਰੱਖਣੇ ਕਰਮ ਕਾਂਡ ਨੇ, ਇਹਨਾਂ ਦਾ ਧਰਮ ਨਾਲ ਕੋਈ ਲੈਣ ਦੇਣ ਨਹੀਂ। ਕਾਮ ਕ੍ਰੋਧ ਪੁੰਨ ਖਾਨ ਰੂਪਾਨਾ, एक दिन तुम ना करत राजाना। ऐ राजन काम क्रोध क्यों ਵਧਦੇ ਆ? ਆਪ ਜੀ ਦੇ ਪਿੱਛੇ ਸੁਣਿਆ ਨਾ ਪੰਜ ਤੱਤ ਨੇ ਸਾਡੇ ਸਰੀਰ ਵਿੱਚ, ਉਹ ਤੱਤ ਕਿਵੇਂ ਕਿਵੇਂ ਕੰਮ ਕਰਦੇ, ਪਿਛਲੀ ਕਥਾ ਚ ਤੁਸੀਂ ਸਾਰਾ ਆਨੰਦ ਮਾਣਿਆ। ਮਾਨਸਿਕ ਸ਼ਾਹੂਕਾਰ ਆਖਣ ਲੱਗੇ, ਕਹਿੰਦੇ ਰਾਜਿਆ ਅੰਦਰ ਸਾਡੇ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਵਧਦੇ ਕਦੇ ਨਾਲ। ਤੂੰ ਦੱਸ ਰਹੇ ਬਹੁਤਾ ਰਾਸ਼ਨ ਦਾ ਵੈਰੀ ਬੰਦਾ ਕਾਮੀ ਹੋਏਗਾ, ਕਾਮੀ। ਬਹੁਤਾ ਸੌਣ ਵਾਲਾ ਬੰਦਾ ਸਭ ਤੋਂ ਵੱਧ ਲੜਾਕਾ ਤੇ ਸਭ ਤੋਂ ਵੱਧ ਈਰਖਾ ਕਰਨ ਵਾਲਾ ਹੋਏਗਾ। ਕਿਉਂ? ਕਿਉਂਕਿ ਇਹ ਦੋਵੇਂ ਚੀਜ਼ਾਂ ਵੱਧ ਨੇ, ਉਹਦਾ ਖਾਣਾ ਪੀਣਾ ਜ਼ਿਆਦਾ ਹੈ। ਰਾਜੇ ਦੱਸਦਾ, ਰਾਜੇ ਤੇਰੇ ਲੋਕ ਪਹਿਲਾਂ ਭੁੱਖੇ ਰਹਿੰਦੇ ਆ, ਭੁੱਖਾਂ ਕੱਢ ਲੈਂਦੇ, ਭੁੱਖੇ ਰਹਿ ਰਹੇ, ਫਿਰ ਜਦੋਂ ਲੋੜ ਤੋਂ ਵੱਧ ਓਵਰਡੋਜ਼ ਹੋ ਕੇ ਖਾਂਦੇ ਆ, ਸਰੀਰ ਤੇਰਾ ਬੇਕਾਰੀ ਹੋ ਜਾਏਗਾ। ਹਰ ਬੰਦੇ ਦਾ ਹੁੰਦਾ ਹੈ, ਨੋਟ ਕਰਿਓ ਕਦੇ ਪਰਸਨਲ ਲਾਈਫ ਵਿੱਚ ਜਾ ਕੇ ਲੋਕਾਂ ਦੀ। ਵਰਤ ਰੱਖਣ ਵਾਲੇ ਲੋਕੀ ਬਹੁਤੇ ਕਾਮੀ ਹੁੰਦੇ ਆ, ਕੋਈ ਵੀ ਹੋਵੇ, ਪੱਖ ਲਿਓ ਕਦੇ, ਕਾਮ ਸਿਰ ਚੜ ਕੇ ਬੋਲਦਾ ਉਹਨਾਂ ਨੂੰ। ਬਹੁਤਾ ਸੌਣ ਵਾਲੇ ਲੋਕ ਸਭ ਤੋਂ ਵੱਧ ਚਿੜਦੇ ਆ, ਸਭ ਤੋਂ ਵੱਧ ਸੜਦੇ ਆ, ਸਭ ਤੋਂ ਵੱਧ ਲੜਦੇ ਆ। ਇਹ ਸਮਝਣ ਵਾਲੀਆਂ ਚੀਜ਼ਾਂ ਨੇ। ਰਾਜਨ ਤੂੰ ਆਪਣੇ ਲੋਕਾਂ ਨੂੰ ਕਾਮੀ ਬਣਾਤਾ, ਤੇਰੇ ਲੋਕ ਬੇਕਾਰੀ ਬਣ ਗਏ। ਇਹ ਭੁੱਖੇ ਰਹਿੰਦੇ ਆ, ਪਹਿਲਾਂ ਭੁੱਖੇ ਰਹਿ ਕੇ ਆਂਦਰਾਂ ਕੱਢ ਲੈਂਦੇ ਆ, ਮੁੜ ਕੇ ਜਦੋਂ ਖਾਂਦੇ ਆ ਫਿਰ ਬਿਮਾਰੀਆਂ ਵੀ ਲੱਗ ਜਾਂਦੀਆਂ। ਕਹਿੰਦੇ ਅਸੀਂ ਨਹੀਂ ਕਰਦੇ। ਬਾਣੀ ਨੇ ਬੜਾ ਕੁਝ ਲਿਖਿਆ ਹੋਇਆ, ਕੱਲ ਵੀ ਆਪ ਜੀ ਨੂੰ ਸੁਣਾਇਆ ਸੀ। ਗੁਰੂ ਸਾਹਿਬ ਕਹਿੰਦੇ ਆ ਨਾ, ਛੋਟੇ ਅੰਨ ਕਰੇ ਪਖੰਡ। ਅੰਨ ਛੱਡਣਾ ਕੀ ਹੈ? ਪਖੰਡ ਕਰਨਾ ਹੈ। ਨਾ ਸੁਹਾਗਣ ਨਾ ਉਹ ਰੰਡ, ਕਹਿੰਦੇ ਨਾ ਤੇ ਰੰਡੀ ਹੈ ਨਾ ਸੁਹਾਗਣ ਹੈ। ਦੱਸੋ ਕਿਹਦਾ ਵਰਤ ਰੱਖਿਆ, ਕਿਹਦੀ ਉਮਰ ਵੱਧਦੀ ਹੈ ਜੀ? ਸਭ ਤੋਂ ਵੱਧ ਕਾਰਡ ਉਹਨਾਂ ਦੇ ਬਣੇ ਹੋਏ ਹੈਲਥ ਵਾਲਿਆਂ ਦੇ, ਜਿਹੜੇ ਵਰਤ ਰੱਖਦੇ ਆ ਖੁਸਾ ਦਾ ਨਾਮ ਕੀ ਨਹੀਂ ਕਰਦੇ। ਜੇ ਵਰਤ ਰੱਖਿਆ ਪਤੀਆਂ ਦੀ ਉਮਰ ਵੱਧਦੀ ਹੁੰਦੀ ਤੇ ਜਾਪਾਨ ਵਾਲੇ ਕੰਮ ਜਾਂਦੇ 120 ਸਾਲ ਤੇ, ਕਿਉਂ ਜਾਂਦੇ 110 ਸਾਲ ਤੇ? ਤੇ ਰੱਬ ਨੂੰ ਨਹੀਂ ਮੰਨਦੇ। ਤੇ ਸਾਡੇ ਵਾਲੇ ਇੱਥੇ 60 ਨਹੀਂ ਟੱਪਦੇ। ਵਰਤ ਰੱਖਣ ਵਾਲੇ ਮੈਨੂੰ ਲੱਗਦਾ ਗੱਡੀ ਚੜੀ ਜਾਂਦੇ ਆ। ਨਹੀਂ, ਤੇਰੇ ਕਰਮ ਤੇਰੇ ਨਾਲ ਨੇ, ਉਹਦੇ ਕਰਮ ਉਹਦੇ ਨਾਲ ਨੇ। ਤੇਰੇ ਭੁੱਖੇ ਰਹਿਣ ਨਾਲ ਉਹਨੂੰ ਕੀ ਫਰਕ ਹੈ? ਮੈਂ ਰੱਜ ਕੇ ਰੋਟੀ ਖਾਣਾ, ਦੱਸੋ ਤੁਹਾਨੂੰ ਫਾਇਦਾ ਹੈ ਕੋਈ? ਮੈਂ ਭੁੱਖਾ ਰਹਾਂ, ਤੁਹਾਨੂੰ ਤੇ ਮੇਰੀ ਭੁੱਖ ਦਾ ਦੁੱਖ ਵੀ ਨਹੀਂ ਲੱਗਣਾ। ਤੁਸੀਂ ਖਾਦੇ ਹੋ ਪਰੌਂਠੇ, ਮੈਂ ਕਈ ਵਾਰ ਦੱਸਿਆ ਨਾ, ਆਪਾਂ ਜਦੋਂ ਯਾਤਰਾ ਤੇ ਜਾਈਏ ਕਿ ਸਫ਼ਰ ਤੇ ਜਾਈਏ, ਜੇ ਇਹਦੇ ਡਰਾਈਵਰ ਹੋਵੇ ਨਾ ਰੱਜਿਆ, ਰੋਟੀ ਚੰਗੀ ਖਾਧੀ ਹੋਵੇ, ਪਿੱਛੇ ਵਾਲਿਆਂ ਦੀਆਂ ਭੁੱਖਾਂ ਨਿਕਲਿਆ, ਕਹਿੰਦੇ ਯਾਰ ਰੋਕ ਲਾ ਕੇ ਤੇ ਢਾਬਾ ਭੁਗੜੇ ਕੀ ਲੋਗਾ, ਤੂੰ ਰੱਜਿਆ ਹੋਇਆ। ਜੇ ਉਹ ਆਪ ਭੁੱਖਾ ਹੋਵੇ, ਆਲੇ ਦੁਆਲੇ ਵੇਖੀ ਜਾਂਦਾ ਵੀ ਉੱਥੇ ਲੇਜ਼ ਜੇ ਟੰਗੇ ਹੋਏ ਆ, ਯਾਰ ਇੱਥੇ ਢਾਬਾ ਨਹੀਂ ਹੋ ਕੋਈ, ਰੋਟੀ ਖਾਣੀ ਕਿਸੇ ਨੇ, ਪਾਣੀ ਪੀਣਾ ਕਿਸੇ ਨੇ, ਅਗਲਾ ਕਹਿੰਦਾ ਯਾਰ ਮੈਂ ਖਾਣੀ, ਕਿਉਂ? ਭੁੱਖ ਲੱਗੀ। ਜੇ ਸਾਨੂੰ ਭੁੱਖ ਲੱਗੀ ਤੇ ਸਾਨੂੰ ਭੁੱਖ ਦੇ ਦੁੱਖ ਦਾ ਤਾਂ ਪਤਾ ਏ, ਦੂਜੇ ਦੀ ਭੁੱਖ ਸਾਡੇ ਲਈ ਭੁੱਖ ਨਹੀਂ ਹੈ। ਦੂਜੇ ਦਾ ਦੁੱਖ, ਤੁਹਾਡੀ ਲੱਤ ਦੁਖਦੀ, ਸਾਨੂੰ ਕੀ ਹੈ? ਅਸੀਂ ਹਮਦਰਦੀ ਕਰ ਦਾਂਗੇ, ਹਾਂ ਧਿਆਨ ਰੱਖਿਆ ਕਰੋ, ਦਵਾਈ ਟਾਈਮ ਨਾਲ ਲਿਆ ਕਰੋ। ਇਹ ਤੇ ਵਰਤਲੀ ਗੱਲਾਂ ਸਾਰੀ ਦੁਨੀਆ ਕਰਦੀ। ਦੁੱਖ ਕਿੰਨਾ ਕਮਾਇਆ, ਆਪਣੇ ਪੈਰ ਤੇ ਥੋੜੀ ਮਾਰ ਕੇ ਵੇਖ ਵੀ ਮੇਰਾ ਸੱਜਣ ਦੁਖੀ ਤੇ ਮੇਰੀ ਲੱਤ ਨਹੀਂ ਦੁਖੀ। ਇਹ ਤੜਫਦਾ ਤੇ ਮੈਂ ਤੜਫ ਕੇ ਵੇਖਾਂ ਵੀ ਦਰਦ ਕੀ ਹੁੰਦਾ ਨਹੀਂ।
ਜਦੋਂ ਰਾਜੇ ਨੂੰ ਇਹ ਗੱਲਾਂ ਦੱਸੀਆਂ ਨਾ, ਕਹਿੰਦੇ ਰਾਜੇ ਨੂੰ ਤੇਰੇ ਲੋਕ ਜਪ ਤਪ ਕਰਦੇ ਆ, ਇਹ ਮਾੜਾ ਨਹੀਂ ਹੈ, ਇਹ ਸਤਿਗੁਰੂ ਦੀਆਂ ਗੱਲਾਂ ਨੇ। ਜਦੋਂ ਜਪ ਸੀ, ਤਪ ਸੀ, ਤਪੱਸਿਆ ਸੀ, ਉਦੋਂ ਲੰਬੀਆਂ ਉਮਰਾਂ ਸੀ। ਕੱਲ ਵਿੱਚ ਕੀ ਲੰਬੀ ਉਮਰ ਹੈ ਰਾਜਨ? ਇੱਥੇ ਦੇ ਲੋਕ ਵਰਤ ਰੱਖ ਕੇ ਇਕਾਦਸ਼ੀ ਨੂੰ ਸਵੇਰ ਤੋਂ ਸ਼ਾਮ ਤੱਕ ਭੁੱਖੇ ਰਹਿੰਦੇ ਆ, ਫਿਰ ਰੱਜ ਕੇ ਭੋਜਨ ਕਰਕੇ ਸੌਂਦੇ ਆ। ਤੇ ਤਕਰੀਬਨ ਤੁਹਾਡੇ ਚ ਪੜ੍ਹੇ ਲਿਖੇ ਬੈਠੇ ਆ ਜੀ, ਅੱਜ ਦੀ ਮੈਡੀਕਲ ਸਾਇੰਸ ਕੀ ਕਹਿੰਦੀ ਹੈ? ਉਹ ਕਹਿੰਦੇ ਜੀ ਰਾਤ ਨੂੰ ਰੋਟੀ ਨਾ ਖਾਓ ਤੇ ਚੰਗਾ, ਕਹਿੰਦੇ ਆ ਨਾ ਵੀ ਰਾਤ ਦੀ ਰੋਟੀ ਛੱਡ ਦੋ ਠੀਕ ਹੋ ਜਾਓਗੇ। ਤੇ ਜਿਹਨੇ ਸਾਰਾ ਦਿਨ ਰੋਟੀ ਨਹੀਂ ਖਾਧੀ, ਕੱਲਾ ਪਾਣੀ ਚੜਾ ਕੇ ਤੇ ਸ਼ਾਮ ਨੂੰ ਫਿਰ ਕੱਲ ਵਾਂਗ ਕਿੰਨਾ ਕੁ ਖਾਧਾ। ਮੈਂ ਨਹੀਂ ਕਹਿਣਾ, ਕਈ ਕਹਿੰਦੇ ਜੀ ਇੰਨੇ ਕਿਲੋ ਕੇਲੇ ਕਿਵੇਂ ਹੋ ਗਏ, ਇੰਨੇ ਕਿਲੋ ਸੇਬ, ਮੈਂ ਕਿਹੜਾ ਬੋਲੇ ਦਿੱਤੇ ਆ। ਗੱਲ ਖਾਣ ਦੀ ਹੈ, ਓਵਰਡੋਜ਼ ਹੋ ਕੇ ਖਾਧਾ। ਤੇ ਜਦੋਂ ਖਾਧਾ ਖਾ ਕੇ ਸੌਣਾ ਏ, ਕੋਈ ਉਹਨੇ ਕਾਮ ਤੇ ਕ੍ਰੋਧ ਹੀ ਪੈਦਾ ਕਰਨਾ। ਖੋ ਸਤਨਾਮ ਭਾਈ ਮਨਸੁਖ ਸ਼ਾਹੂਕਾਰ ਵੇਦਾਂ ਤੋਂ ਸੁਣਾ ਰਹੇ ਆ। ਤੇਰਾ ਧਰਮ ਵੀ ਇਹਨਾਂ ਚੀਜ਼ਾਂ ਦੇ ਵਿਰੁੱਧ ਹੈ। ਅਸ ਸੰਜਮ ਮਿ ਸੰਤ ਸਦੀਵਾ, ਵਰਤਤ ਹੈ ਨਿਜ ਮਨ ਕਰ ਨੀਵਾ। ਔਰ ਰੱਬ ਦੇ ਪਿਆਰੇ ਤੇ ਸਦਾ ਵਰਤ ਚ ਹੀ ਰਹਿੰਦੇ ਆ, ਸੰਜਮ ਚ ਹੀ ਰਹਿੰਦੇ ਆ, ਕਿਉਂਕਿ ਆਹ ਜਿਹੜੇ ਕਰਮ ਨੇ ਨਾ ਕਦੇ ਕਦੇ ਕਰਨ ਵਾਲੇ ਦੁਖਦਾਈ ਹੁੰਦੇ ਆ। ਬਾਣੀ ਲਿਖਦੀ ਹੈ ਪੂਜਾ ਅਰਚਾ ਬੰਧਨ ਡੰਡਾਉਤ ਇਹ ਕਰਮਾਂ ਖੰਡ ਰਹਿੰਦਾ। ਮਹਾਰਾਜ ਕਹਿੰਦੇ ਆਹ ਕੁਝ ਤੇ ਕਰਦੇ ਬੜੇ ਆਏ ਬੜੇ ਗਏ, ਲੰਬੀ ਉਮਰ ਕਿਹਦੀ ਹੋਈ? ਰੱਬ ਕਿਹਨੂੰ ਮਿਲਿਆ? ਮਿਲਿਆ ਕਿਸੇ ਨੂੰ? ਦੁਨੀਆ ਤੁਰੀ ਫਿਰਦੀ, ਸਾਡੇ ਵਾਲਾ ਲਾਣਾ ਵੀ ਤੁਰਿਆ ਫਿਰਦਾ, ਕਿਹਨੂੰ ਮਿਲਿਆ? ਜਿਨ੍ਹਾਂ ਨੂੰ ਮਿਲਿਆ ਅੱਜ ਵੀ ਜਿਉਂਦੇ ਆ, ਤੇ ਜਿਨ੍ਹਾਂ ਨੂੰ ਮਿਲਦਾ ਅੱਜ ਵੀ ਬੈਠੇ ਆ ਗੁਰਮੁਖ ਪਿਆਰੇ ਗੁਰਸੇ ਤੋਂ। ਸਾਡੇ ਵਾਂਗੂ ਥੋੜਾ ਇਧਰ ਉਧਰ ਦੀਆਂ ਗੱਲਾਂ ਕਰਦੇ, ਉਹ ਅੰਦਰੋਂ ਜੁੜੇ ਹੋਏ। ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਹੁਣ ਇਹਨਾਂ ਦੇ ਦੱਸਣਾ ਮਨਸੁਖ ਸ਼ਾਹੂਕਾਰ ਨੇ, ਪਰ ਰਾਜਾ ਇੰਨਾ ਪ੍ਰਭਾਵਿਤ ਹੋ ਗਿਆ ਕਿ ਅੱਜ ਮੈਨੂੰ ਸਾਰੀਆਂ ਗੱਲਾਂ ਦੱਸ ਕੇ ਜਾ, ਤੂੰ ਕੀ ਮੰਨਦਾ ਤੇ ਸਾਡਾ ਧਰਮ ਕਿਉਂ ਨਹੀਂ? ਫਿਰ ਉਹਨਾਂ ਆਖਿਆ ਕਹਿੰਦੇ ਮੈਂ ਤੇਰੇ ਧਰਮ ਤੇ ਕਟਾਕਸ਼ ਨਹੀਂ ਕਰਦਾ, ਮੈਂ ਉਹਦੇ ਬਾਰੇ ਕਹਿੰਦਾ ਜਿਹਦੇ ਬਾਰੇ ਬਾਣੀ ਕਹਿੰਦੀ ਹੈ ਕਰਮ ਧਰਮ ਪਖੰਡ ਜੋ ਦਿਸੈ, ਜੋ ਦਿਸਦਾ ਹੈ ਨਾ ਉਹ ਪਖੰਡ ਹੈ। ਹੁਣ ਮੰਨ ਲਓ ਮੈਂ ਸੇਵਾ ਕਰਾਂ ਝਾੜੂ ਲੈ ਕੇ, ਮੈਨੂੰ ਮੈਂ ਆਉਣਾ ਹੀ ਉਸੇ ਵੇਲੇ ਆ ਵੀ ਜਿਸ ਵੇਲੇ ਸੰਗਤ ਬਾਹਰ ਨਿਕਲੇ, ਇਹ ਕੀ ਪਖੰਡ ਹੈ। ਜੇ ਝਾੜੂ ਲਾਉਣਾ ਸਵੇਰੇ ਆਪ 3 ਵਜੇ ਉੱਠ ਕੇ, ਪਤਾ ਲੱਗੇ ਤੂੰ ਸਫਾਈ ਕਰਦਾ ਹੈ, ਤੂੰ ਸੇਵਾ ਕਰਦਾ ਹੈ, ਅਸੀਂ ਕਰਨਾ ਕਰੂਗਾ। ਜਦੋਂ 20 ਬੰਦੇ ਇਕੱਠੇ ਨਿਕਲਣੇ ਆ, ਆਉਣੇ ਆ, ਜਾਣੇ ਆ, ਉਦੋਂ ਪੈਰਾਂ 'ਚ ਪੋਚੇ ਮਾਰਦੇ ਫਿਰੇ, ਵਾਹਿਗੁਰੂ ਜੀ ਵਾਹਿਗੁਰੂ ਜੀ। ਅਗਲਾ ਕਹਿੰਦਾ ਵਾਹ ਉਹ ਬੜਾ ਭਾਗਾਂ ਵਾਲਾ ਬੰਦਾ ਇਹਦੇ ਬਾਰੇ ਨਹੀਂ। ਇੱਕ ਨੇ ਨਿਸ਼ਾਨ ਸਾਹਿਬ ਤੇ ਪਾਣੀ ਦੀ ਬਾਲਟੀ ਪਾਈ, 15 ਨੇ ਉੱਥੇ ਪਾਣੀ ਤੇ ਦੂਜੇ ਪਾਸੇ ਜਾ ਕੇ ਬਾਥਰੂਮ ਸਾਫ਼ ਕਰਿਆ, ਕੀਤੇ ਕਦੇ? ਸੇਵਾ ਤੇ ਉਹ ਹੈ ਗੁਰੂ ਘਰ ਦੀਆਂ ਫਲਸ਼ਾਂ ਵਾਸ਼ਰੂਮ ਸਾਫ਼ ਕਰੋ, ਇਹ ਸਭ ਤੋਂ ਵੱਡੀ ਸੇਵਾ ਹੈ, ਸਭ ਤੋਂ ਵੱਡੀ ਸੇਵਾ। ਸਾਡੀ ਸੇਵਾ ਕਿੱਥੇ ਹੈ? ਜਣੇ ਖਣੇ ਤੋਂ ਗਲਾਸ ਖੋਈ ਜਾਣੇ, ਚਾਹ ਪੀਂਦੇ ਦੋ ਅਜੇ ਅਗਲਾ ਕਹਿੰਦਾ ਯਾਰ ਪਈ ਹੈ, ਕਹਿੰਦਾ ਨਾ ਵਾਹਿਗੁਰੂ ਜੀ ਛੇਤੀ ਦੇ ਦਿਓ ਵੀ ਜੇ ਜਾਣਾ ਨਾ ਉਧਰਲੇ ਪਾਸੇ ਜਾਣਾ। ਪਤਾ ਲੱਗੇ ਮੂੰਹ ਬੰਦ ਕੇ ਸੇਵਾ ਕਰਦਾ, ਅੱਧੀ ਰਾਤ ਕਰਦਾ, ਅੰਮ੍ਰਿਤ ਵੇਲੇ ਕਰਦਾ, ਲੋਕੀ ਤੇਰਾ ਸਤਿਕਾਰ ਕਰਨ, ਪਰ ਜੋ ਦਿਸਦਾ ਉਹ ਪਖੰਡ ਹੈ। ਕਰਮ ਧਰਮ ਪਖੰਡ ਜੋ ਦਿਸੈ ਤਿਨ ਜਾਮਣ ਜਗਾਤੀ ਲੁਟੈ। ਸਾਹਿਬ ਕਹਿੰਦੇ ਉਹ ਲੁੱਟਿਆ ਜਾਂਦਾ, ਇੱਥੇ ਕੀਤਾ ਉੱਥੇ ਲੁੱਟਣਾ। ਮਨਸੁਖ ਸ਼ਾਹੂਕਾਰ ਦੇ ਬਚਨ ਬੜੇ ਗਹਿਰੇ ਆ ਜੀ। ਜੋ ਕੁਝ ਹੋਣਾ, ਇੱਕ ਪਾਸੇ ਰਾਜਾ, ਇੱਕ ਪਾਸੇ ਗੁਰੂ ਦਾ ਸਿੱਖ, ਵਿਚਾਰਧਾਰਾ ਅਜੇ ਮੈਚ ਨਹੀਂ ਕਰਦੀ, ਅਜੇ ਬੜਾ ਕੁਝ ਹੋਣਾ ਹੈ। ਕੱਲ ਦੇ ਦੀਵਾਨਾਂ ਚ ਸਰਵਣ ਕਰਕੇ ਆਨੰਦ ਮਾਣਾਂਗੇ। ਵਾਹਿਗੁਰੂ 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 ਵਾਹਿਗੁਰੂ।